ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਦਾ ਸਾਡਾ ਸੈਸ਼ਨ ਵੀ ਸਵਾਲ ਜਵਾਬ ਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਣਗੇ। ਜੋ ਸਵਾਲ ਆਪ ਭੇਜਦੇ ਹੋ, ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਦਾ ਜਵਾਬ ਸਹੀ ਢੰਗ ਦੇ ਨਾਲ ਆਪ ਨੂੰ ਦਿੱਤਾ ਜਾ ਸਕੇ। ਫਿਰ ਵੀ ਕਿਉਂਕਿ ਇਨਸਾਨ ਹੁੰਦਾ ਹੈ, ਸੋਚ ਛੋਟੀ ਹੁੰਦੀ ਹੈ, ਕਿਤੇ ਨਾ ਕਿਤੇ ਊਨਤਾ ਹੀ ਰਹਿਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਆਪ ਜੀ ਨੂੰ ਅਗਰ ਕੋਈ ਚੀਜ਼ ਜਾਪਦੀ ਹੋਵੇ ਕਿ ਇਸ ਦੇ ਜਵਾਬ ਵਿੱਚ ਕੋਈ ਹੋਰ ਕਲੈਰੀਫਿਕੇਸ਼ਨ ਦੀ ਲੋੜ ਹੈ ਤਾਂ ਆਪ ਜੀ ਕਿਰਪਾ ਕਰਕੇ ਮੈਸੇਜ ਰਾਹੀਂ, ਫੋਨ ਮੈਸੇਜ ਰਾਹੀਂ ਜਾਂ ਚੈਟ ਰਾਹੀਂ ਸਾਨੂੰ ਦੱਸ ਸਕਦੇ ਹੋ, ਤਦ ਕਿ ਇਸ ਸੈਸ਼ਨ ਨੂੰ ਹੋਰ ਵਧੀਆ ਢੰਗ ਨਾਲ ਚਲਾਇਆ ਜਾ ਸਕੇ। ਤੋ ਇਸ ਸੈਸ਼ਨ ਦੀ ਸੇਵਾ ਵੀਰ ਜੀ ਰਾਇਆ ਸਿੰਘ ਜੀ ਕਰ ਰਹੇ ਹਨ। ਬੇਨਤੀ ਕਰ ਰਹੇ ਹਾਂ ਵੀਰ ਜੀ ਕਿਰਪਾ ਕਰੋ, ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੋਂ ਸਵਾਲ ਜਵਾਬ ਸ਼ੁਰੂ ਕਰਨ ਤੋਂ ਪਹਿਲਾਂ ਪੈਨਲ ਮੈਂਬਰਸ ਆਪ ਸੰਗਤ ਨਾਲ ਫਤਿਹ ਸਾਂਝੀ ਕਰਨਗੇ ਜੀ। ਤੋਂ ਮੈਂ ਬੇਨਤੀ ਕਰ ਰਿਹਾ ਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਵਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਸੰਗਤ ਜੀ, ਆਓ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ। ਆਪ ਜੀ ਵੱਲੋਂ ਭੇਜੇ ਵੱਖ-ਵੱਖ ਵਿਸ਼ਿਆਂ ਤੇ ਸਵਾਲ ਉਹ ਲੈ ਕੇ ਪੈਨਲ ਮੈਂਬਰਸ ਆਪ ਦੀ ਸੇਵਾ 'ਚ ਹਾਜ਼ਰ ਹਨ। ਜਿਵੇਂ ਹੁਣੇ ਵੀਰ ਹਰਜੀਤ ਸਿੰਘ ਜੀ ਨੇ ਕਿਹਾ ਕਿ ਕੋਸ਼ਿਸ਼ ਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਸਿੱਖ ਰਹਿਤ ਮਰਿਆਦਾ ਔਰ ਪ੍ਰਵਾਨਿਤ ਸਿੱਖ ਇਤਿਹਾਸ ਜੋ ਅਵੇਲੇਬਲ ਹੋਵੇ, ਉਹਨਾਂ ਦੇ ਆਧਾਰ ਤੇ ਜਵਾਬ ਤਿਆਰ ਕੀਤੇ ਜਾਂਦੇ ਹਨ। ਤੋਂ ਕੋਸ਼ਿਸ਼ ਹੁੰਦੀ ਹੈ ਕਿ ਜਵਾਬ ਜਿਹੜਾ ਸਾਨੂੰ ਜਿੰਨਾ ਵੱਧ ਤੋਂ ਵੱਧ ਮਿਲ ਸਕਦਾ ਹੈ ਉਹਦੀ ਉੱਤਰ ਆਪਣੇ ਸਾਹਮਣੇ ਪੇਸ਼ ਕਰਦੇ ਹਾਂ। ਪਰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਕਿਸੇ ਵੇਲੇ ਵੀ ਕੋਈ ਆਪ ਜੀ ਨੂੰ ਉਹਦੇ 'ਚ ਕਮੀ ਲੱਗੇ ਤਾਂ ਗਰੁੱਪ ਚੈਟ ਵਿੱਚ ਜ਼ਰੂਰ ਲਿਖੋ ਜਾਂ ਬਾਅਦ ਵਿੱਚ ਕਿਸੇ ਵੀ ਪੈਨਲ ਮੈਂਬਰ ਨੂੰ ਵਟਸਐਪ ਕਰ ਸਕਦੇ। ਤੋਂ ਆਓ ਆਪਾਂ ਸਭ ਤੋਂ ਪਹਿਲਾਂ ਸਵਾਲ ਲੈਂਦੇ ਹਾਂ। ਪਿਛਲੇ ਹਫ਼ਤੇ ਪੈਂਡਿੰਗ ਰਹਿ ਗਿਆ ਸੀਗਾ। ਸਵਾਲ ਹੈ ਗੁਰਬਾਣੀ ਦਾ। ਕੰਧ ਪੁਹਾੜਾ ਸਿਰ ਕੜਾ ਬਣ ਕੇ ਸਰ ਲੋਹਾ। ਸਵਾਲਕਰਤਾ ਨੇ ਪੁੱਛਿਆ ਵੀ ਇਹ ਜੋ ਸ਼ਲੋਕ ਹੈ ਇਹਦੇ ਵਿੱਚ ਜਿਹੜੇ ਸ਼ਬਦ ਆਏ ਨੇ ਕੈ ਸਰ, ਆਇਆ ਦੋ ਸ਼ਬਦ ਨੇ ਕਿ ਇੱਕ ਸ਼ਬਦ? ਇਹਨੂੰ ਕੈ ਸਰ ਪੜ੍ਹਨਾ ਕਿ ਕੈਸਰ ਪੜ੍ਹਨਾ? ਮੈਂ ਬੇਨਤੀ ਕਰ ਰਿਹਾ ਕਿੱਕਰ ਸਿੰਘ ਜੀ ਨੂੰ ਇਸ ਜਿਹੜਾ ਸ਼ਲੋਕ ਹੈ ਇਹਦੇ ਸੰਖੇਪ ਭਾਵ ਵੀ ਦੱਸ ਦਿਓ, ਤੇ ਜਿਹੜਾ ਸਵਾਲਕਰਤਾ ਨੇ ਪੁੱਛਿਆ ਵੀ ਕੈ ਸਰ ਹੈ ਕਿ ਕੈਸਰ ਹੈ, ਇਹ ਵੀ ਕਿਰਪਾ ਕਰਕੇ ਸਾਨੂੰ ਦੱਸ ਦਿਓ। ਕਿੱਕਰ ਸਿੰਘ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਕਿ ਕਿਸੇ ਪ੍ਰਸ਼ਨਕਰਤਾ ਨੇ ਪੁੱਛਿਆ ਹੈ ਕਿ ਕਬੀਰ ਸਾਹਿਬ ਜੀ ਦਾ ਜੋ ਇੱਕ ਸ਼ਲੋਕ ਹੈ, ਸ਼ਲੋਕ ਨੰਬਰ 43,
ਉਹਦੇ ਵਿੱਚ ਕੋਈ ਸ਼ਬਦ ਆਇਆ ਹੈ, ਉਹਦਾ ਸਹੀ ਉਚਾਰਨ ਕੀ ਹੋਣਾ ਚਾਹੀਦਾ ਹੈ। ਸੋ ਪਹਿਲਾਂ ਆਪਾਂ ਜਿਵੇਂ ਪਾਠ ਲਿਖਿਆ ਹੈ ਉਸੇ ਤਰ੍ਹਾਂ ਹੀ ਪਾਠ ਕਰਾਂਗੇ ਅਤੇ ਇਹ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਇਹ ਪਾਠ ਲਿਖਿਆ ਹੈ ਪਦ ਛੇਦ ਕਰਕੇ, ਕਿ ਇਹਦੇ ਮੁਤਾਬਕ ਉੱਥੇ ਕੋਈ ਢੁਕਵਾਂ ਅਰਥ ਬਣ ਸਕਦਾ ਹੈ ਜਾਂ ਨਹੀਂ। ਸੋ ਪਾਠ ਹੈ, ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ। ਇੱਥੇ ਕੈ ਤੇ ਸਰ ਅਲੱਗ-ਅਲੱਗ ਪਦ ਛੇਦ ਕਰਕੇ ਦਿੱਤਾ ਹੋਇਆ, ਤੇ ਇਹਦੇ ਵਿੱਚ ਸਿਰ ਅਤੇ ਸਰ ਦੋ ਸ਼ਬਦ ਆਏ ਆ। ਜਿੱਥੇ ਸਿਰ ਆਇਆ ਸੱਸੇ ਨੂੰ ਸਿਹਾਰੀ ਰਾਰੇ ਨੂੰ ਸਿਹਾਰੀ ਸਿਰ ਦੇ ਉੱਤੇ, ਤੇ ਜਿੱਥੇ ਸਰ ਆਇਆ ਉੱਥੇ ਰਾਰੇ ਨੂੰ ਔਂਕੜ ਨਾਲ ਆਇਆ। ਇਹ ਖਿਆਲ ਰੱਖਣਾ। ਜਦੋਂ ਅਸੀਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਸ਼ਬਦ ਸਰ ਨੂੰ ਵੇਖਦੇ ਹਾਂ ਤਾਂ ਇਸਦੇ ਆਮ ਤੌਰ ਤੇ ਇਹ ਅਰਥ ਹੁੰਦੇ ਹਨ। ਜ਼ਿਆਦਾਤਰ ਜਿਹੜਾ ਇਹਦਾ ਅਰਥ ਗੁਰਬਾਣੀ ਵਿੱਚ ਆਇਆ ਹੈ ਉਹ ਹੈ ਜੀ ਸਰੋਵਰ ਵਾਸਤੇ ਆਉਂਦਾ ਸਰ। ਤਲਾਬ, ਸਮੁੰਦਰ, ਜੋ ਵੀ ਕੋਈ ਪਾਣੀ ਨਾਲ ਸੰਬੰਧ ਰੱਖਦਾ ਉਹਦੇ ਵਾਸਤੇ ਸਰ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ ਅੰਮ੍ਰਿਤ ਦਾ ਸਰੋਵਰ ਹੈ, ਅਸੀਂ ਅੰਮ੍ਰਿਤ ਸਰ ਵਰਤਦੇ ਹਾਂ ਸ਼ਬਦ ਅੰਮ੍ਰਿਤ ਦਾ ਸਰੋਵਰ। ਦੂਜਾ ਜਿਹੜਾ ਸਰ ਦਾ ਅਰਥ ਹੈ ਜੀ ਗੁਰਬਾਣੀ ਦੇ ਵਿੱਚ ਉਹ ਹੈ ਜੀ ਤੀਰ। ਜਿਵੇਂ ਕਿ ਗੁਰਬਾਣੀ ਦੀ ਇੱਕ ਪੰਕਤੀ ਹੈ, ਸਰ ਸੰਧੇ ਆਗਾਜ਼ ਕਉ ਕਿਉਂ ਪਹੁੰਚੈ ਬਾਣ। ਇਸ ਤੋਂ ਇਲਾਵਾ ਸਰ ਦਾ ਤੀਜਾ ਅਰਥ ਬਰਾਬਰ ਵੀ ਹੈ। ਜਿਵੇਂ ਕਿ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਨਾਮੈ ਸਰ ਭਰ ਸੋਨਾ ਲਿਓ। ਭਾਵ ਨਾਮੇ ਦੇ ਬਰਾਬਰ ਤੋਲ ਕੇ ਜਾਂ ਭਰ ਕੇ ਸੋਨਾ ਲੈ ਸਕਦੇ ਹੋ ਤੇ ਇਹਦੀ ਜਾਨ ਬਖਸ਼ ਦਿਓ। ਸੋ ਉੱਥੇ ਸਰ ਭਰ ਬਰਾਬਰ ਆਇਆ, ਨਾਮੇ ਸਰ ਭਰ। ਜਿਹੜਾ ਚੌਥਾ ਅਰਥ ਸਰ ਦਾ ਉਹ ਬਹੁਤ ਗੁਰਬਾਣੀ ਦੇ ਵਿੱਚ ਘੱਟ ਹੀ ਆਇਆ, ਸਿਰਫ ਇੱਕ ਵਾਰੀ ਆਇਆ, ਕਿਉਂਕਿ ਉੱਥੇ ਸ਼ਬਦ ਇਹ ਫਾਰਸੀ ਦਾ ਹੈ। ਜਿਵੇਂ ਕਿ ਮਾਮਸਰ ਮੂਏ ਅਜ਼ਰਾਇਲ ਗਿਰਫਤਾ ਦਿਲ ਹੇਠ ਨਾ ਦਾਨੀ। ਮਾਮਸਰ ਮੂਏ ਤੋਂ ਭਾਵ ਮੇਰੇ ਸਿਰ ਦੇ ਬਾਲ, ਅਜ਼ਰਾਇਲ ਜਿਹੜਾ ਉਹ ਪਕੜਦਾ ਹੈ। ਇੱਥੇ ਸਰ ਦਾ ਅਰਥ ਸਿਰ ਵੀ ਆਇਆ। ਪਹਿਲੇ ਤਿੰਨ ਅਰਥਾਂ ਸਰੋਵਰ, ਤੀਰ ਜਾਂ ਬਰਾਬਰ ਵਿੱਚੋਂ ਅਸੀਂ ਇਹ ਦੇਖੀਏ ਕਿ ਇੱਥੇ ਅਰਥ ਕੋਈ ਢੁਕਵਾਂ ਬਣਦਾ ਹੈ ਜਾਂ ਨਹੀਂ, ਤਾਂ ਉੱਤਰ ਸਪਸ਼ਟ ਹੀ ਹੈ ਕਿ ਇਹਨਾਂ ਤਿੰਨਾਂ ਵਿੱਚੋਂ ਇੱਥੇ ਕੋਈ ਵੀ ਅਰਥ ਢੁਕਵਾਂ ਨਹੀਂ ਬਣਦਾ ਹੈ। ਸਰੋਵਰ, ਤੀਰ ਜਾਂ ਬਰਾਬਰ ਵਿੱਚੋਂ ਇੱਥੇ ਕੋਈ ਵੀ ਅਰਥ ਢੁਕਵਾਂ ਨਹੀਂ ਹੈ। ਅਤੇ ਆਖਰੀ ਜੋ ਚੌਥਾ ਅਰਥ ਬਚਿਆ ਹੈ ਜਿਸ ਦਾ ਅਰਥ ਹੈ ਸਿਰ, ਜਿਵੇਂ ਕਿ ਆਪਾਂ ਉੱਪਰ ਪੜ੍ਹ ਚੁੱਕੇ ਹਾਂ, ਮਾਮਸਰ ਮੂਏ ਭਾਵ ਮੇਰੇ ਸਿਰ ਦੇ ਬਾਲ। ਤੇ ਪਾਠ ਹੈ ਵਣ ਕੈ ਸਰ ਲੋਹਾਰ। ਜੇਕਰ ਜਿਵੇਂ ਆਮ ਪ੍ਰਚਲਿਤ ਕਈ ਅਰਥ ਕੀਤੇ ਵੀ ਹੈ ਕਿ ਵਣ ਦੇ ਸਿਰ ਤੇ ਲੋਹਾਰ ਖੜਾ ਹੈ ਜਾਂ ਲੋਹਾਰ ਹੈ, ਤਾਂ ਫਿਰ ਸਿਰ ਦੇ ਸੱਸੇ ਨੂੰ ਸਿਹਾਰੀ ਰਾਰੇ ਨੂੰ ਸਿਹਾਰੀ ਪਾਠ ਆਉਣਾ ਚਾਹੀਦਾ, ਜਿਵੇਂ ਕਿ ਉੱਪਰ ਆ ਚੁੱਕਿਆ। ਆਪਾਂ ਪਹਿਲਾਂ ਵੀ ਉੱਥੇ ਬਾਤ ਚੁੱਕੇ ਹਾਂ, ਇਸ ਤਰ੍ਹਾਂ ਆਉਣਾ ਸੀ। ਇਸ ਲਈ ਇਹ ਅਰਥ ਵੀ ਇੱਥੇ ਢੁਕਵਾਂ ਨਹੀਂ ਹੋ ਸਕਦਾ। ਹੁਣ ਸਾਡੇ ਕੋਲ ਇੱਕੋ ਇੱਕ ਰਸਤਾ ਇਹ ਬਚਿਆ ਹੈ ਕਿ ਜੇਕਰ ਇਸ ਸ਼ਬਦ ਨੂੰ ਪਦ ਛੇਦ ਨਾ ਕੀਤਾ ਜਾਵੇ, ਅਤੇ ਜਿਵੇਂ ਕਈ ਗੁਰਮ ਪਿਆਰਿਆਂ ਨੇ ਦੱਸਿਆ ਵੀ ਹੈ ਕਿ ਇਸ ਨੂੰ ਕੈ ਸਰ ਦੀ ਬਜਾਏ ਭਾਵ ਪਦ ਛੇਦ ਕਰਨ ਦੀ ਬਜਾਏ ਇਕੱਠਾ ਹੀ ਪੜ੍ਹਿਆ ਜਾਣਾ ਚਾਹੀਦਾ ਹੈ, ਜੋ ਕਿ ਠੀਕ ਵੀ ਜਾਪਦਾ ਹੈ। ਕੈਸਰ ਦਾ ਅਰਥ ਹੈ ਜੀ ਬਾਦਸ਼ਾਹ, ਅਤੇ ਫਿਰ ਜਦੋਂ ਅਸੀਂ ਇਹਨੂੰ ਬਿਨਾਂ ਪਦ ਛੇਦ ਤੋਂ ਇਕੱਠਾ ਹੀ ਪਾਠ ਕਰਦੇ ਹਾਂ ਤਾਂ ਇਹਦਾ ਜਿਹੜਾ ਅਰਥ ਹੈ ਉਹ ਬਣ ਜਾਂਦਾ ਹੈ ਭਾਵ ਬਾਦਸ਼ਾਹ। ਇਹਦਾ ਅਰਥ ਬਾਦਸ਼ਾਹ ਬਣ ਜਾਂਦਾ ਹੈ। ਤੇ ਜਿਹੜੇ ਇਹਦੇ ਅਰਥ ਭਾਵ ਉਹ ਇਸ ਤਰ੍ਹਾਂ ਬਣ ਜਾਂਦੇ ਹਨ, ਵਣ ਕੈਸਰ ਲੋਹਾਰ। ਭਾਵ ਆਪਾਂ ਜੇ ਸਾਰੇ ਇਹਦੇ ਪਾਸੇ ਦਾ ਅਰਥ ਕਰੀਏ ਤਾਂ ਕੰਧ ਕੁਹਾੜਾ ਭਾਵ ਕੰਧੇ ਤੇ ਕੁਹਾੜਾ ਹੈ, ਸਿਰ ਘੜਾ ਸਿਰ ਦੇ ਉੱਤੇ ਘੜਾ ਹੈ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ, ਸੱਸੇ ਨੂੰ ਸਿਹਾਰੀ ਰਾਰੇ ਨੂੰ ਸਿਹਾਰੀ ਸਿਰ ਘੜਾ ਸਿਰ ਦੇ ਉੱਤੇ। ਵਣ ਕੈਸਰ ਲੋਹਾਰ, ਵਣ ਦੇ ਨਾਣੇ ਨੂੰ ਸਿਹਾਰੀ ਆ, ਵਣ ਦੇ ਵਿੱਚ
ਕੈਸਰ ਬਾਦਸ਼ਾਹ, ਲੋਹਾਰ ਇਹ ਜੀਵ। ਵਨ ਦੇ ਨਾਣੇ ਅੱਖਰ ਨੂੰ ਹੁਸ਼ਿਆਰੀ ਹੋਣ ਕਰਕੇ ਅਰਥ ਹੈ ਜੀ ਵਨ ਵਿੱਚ, ਭਾਵ ਜੰਗਲ ਵਿੱਚ, ਇਹ ਸੰਸਾਰ ਵਿੱਚ। ਕੈਸਰ ਦਾ ਅਰਥ ਬਾਦਸ਼ਾਹ ਹੋ ਚੁੱਕਿਆ, ਲੋਹਾਰ ਇਹ ਜੀਵ। ਸਮੁੱਚਾ ਅਰਥ ਭਾਵ ਇਸ ਦਾ ਇਹ ਬਣ ਜਾਂਦਾ ਹੈ ਕਿ ਇਹ ਜਿਹੜਾ ਜੀਵ ਹੈ ਇਹ ਸੰਸਾਰ ਵਿੱਚ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ, ਪਰ ਇਹ ਕਰ ਕੁਝ ਨਹੀਂ ਸਕਦਾ ਹੈ, ਕਿਉਂਕਿ ਇਸ ਦੇ ਸਿਰ ਉੱਤੇ ਹਉਮੈ ਦਾ ਘੜਾ ਹੈ ਜਿਸ ਨੂੰ ਇਸ ਨੇ ਘੁੱਟ ਕੇ ਫੜਿਆ ਹੋਇਆ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਗੁਰਬਾਣੀ ਪਾਠ ਦਰਸ਼ਨ ਵਿੱਚ ਵੀ ਦੇਖਦੇ ਹਾਂ ਤਾਂ ਉੱਥੇ ਵੀ ਇਸਦੇ ਦੋ ਉਚਾਰਨ ਦਿੱਤੇ ਗਏ ਹਨ। ਪਹਿਲਾ ਉਚਾਰਨ ਜਿਵੇਂ ਲਿਖਿਆ ਹੈ ਅਤੇ ਦੂਜਾ ਉਚਾਰਨ ਕੈਸਰ ਦਿੱਤਾ ਹੋਇਆ ਹੈ। ਸੋ ਇਸ ਤਰ੍ਹਾਂ ਵੀ ਸਾਨੂੰ ਹੋਰ ਸਪੋਰਟ ਮਿਲ ਜਾਂਦੀ ਹੈ ਕੈਸਰ ਦੇ ਉਚਾਰਨ ਵਿੱਚ। ਇਸ ਤਰ੍ਹਾਂ ਅਸੀਂ ਇਸ ਚਿੱਟੇ ਤੇ ਪੁੱਜ ਜਾਂਦੇ ਹਾਂ ਕਿ ਕੈਸਰ ਦੀ ਬਜਾਏ ਪਦ ਛੇਦ ਕਰਨ ਦੀ ਬਜਾਏ ਇਸ ਦਾ ਪਾਠ ਇਕੱਠਾ ਕਰਨਾ ਹੀ ਜ਼ਿਆਦਾ ਠੀਕ ਹੈ। ਸੋ ਜਿਨ੍ਹਾਂ ਦਾ ਇਹ ਸਵਾਲ ਸੀ ਮੇਰਾ ਖਿਆਲ ਉਹ ਜ਼ਰੂਰ ਸੰਤੋਸ਼ਿਤ ਹੋਏ ਹੋਣਗੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਵੀਰ ਜੀ। ਸੰਗਤ ਜੀ, ਵੀਰ ਜੀ ਨੇ ਸਰ ਸ਼ਬਦ ਦੇ ਸਾਨੂੰ ਚਾਰ ਅਰਥ ਦੱਸੇ ਨੇ, ਸਿਰ, ਸਰੋਵਰ, ਤੀਰ। ਤੇ ਇਹਦੇ ਚੋਂ ਅੱਗੋਂ ਉਹਨਾਂ ਨੇ ਜਿਹੜਾ ਕੈਸਰ ਹੈ ਕਿ ਕੈਸਰ, ਜਿਹੜਾ ਸਵਾਲ ਸੀ ਕਿ ਕੈਸਰ ਪੜ੍ਹਨਾ ਕੈਸਰ ਪੜ੍ਹਨਾ, ਤੇ ਉਹ ਵੀਰ ਜੀ ਨੇ ਕਲੀਅਰ ਕਰਤਾ ਹੈ। ਔਰ ਗੁਰਬਾਣੀ ਵਿਆਕਰਨ ਦੇ ਮੁਤਾਬਕ ਜਿਹੜੀਆਂ ਲਗਾ ਮਾਤਰਾ ਨੇ ਉਹਨਾਂ ਨੂੰ ਕਿਸ ਤਰ੍ਹਾਂ ਬੁਲਾਉਣਾ ਹੈ ਔਰ ਕਿਸ ਤਰ੍ਹਾਂ ਉਹਦੇ ਅਰਥਾਂ 'ਚ ਫਰਕ ਪੈਂਦਾ ਉਹ ਵੀ ਉਹਨਾਂ ਨੇ ਦੱਸਿਆ। ਬਹੁਤ ਬਹੁਤ ਧੰਨਵਾਦ। ਔਰ ਸਵਾਲ ਤੇ ਇਹੀ ਸੀ ਵੀ ਕੈਸਰ ਬਣਾਉਣਾ ਹੈ ਕਿ ਕੈਸਰ, ਤੋਂ ਉਹਨਾਂ ਨੇ ਜੋ ਦੱਸਿਆ ਉਹ ਇਹ ਪਦ ਛੇਦ ਵੇਲੇ ਹੋ ਸਕਦਾ ਗਲਤੀ ਹੋ ਗਈ ਹੋਵੇ, ਇਹ ਸ਼ਬਦ ਇੱਕ ਹੀ ਹੈ ਕੈਸਰ। ਧੰਨਵਾਦ ਸਾਹਿਬ ਕਿਰਕਰ ਸਿੰਘ ਜੀ। ਤੋਂ ਅਗਲਾ ਸਵਾਲ ਜਿਹੜਾ ਸੰਗਤ ਜੀ ਉਹ ਦੋ ਵੀਰਾਂ ਵੱਲੋਂ ਆਇਆ। ਜਿਹੜਾ ਪਹਿਲਾ ਪਾਰਟ ਹੈ ਉਹ ਸਾਹ ਰਜਿੰਦਰ ਸਿੰਘ ਬਰੈਂਪਟਨ ਤੋਂ। ਉਹਨਾਂ ਨੇ ਪੁੱਛਿਆ ਬਈ ਅਗਰ ਜ਼ਾਤ ਪਾਤ ਨਹੀਂ ਹੈ ਤਾਂ ਫਿਰ ਗੁਰਬਾਣੀ ਵਿੱਚ ਤੁਕ ਆਉਂਦੀ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਤੇ ਤੋਂ ਇਹ ਜਿਹੜਾ ਸੋਢੀ ਲਫ਼ਜ਼ ਆਇਆ ਉਹਨਾਂ ਦਾ ਮਤਲਬ ਹੈ ਵੀ ਇਹ ਜ਼ਾਤ ਹੈ ਜਾਂ ਇਹਦਾ ਕੋਈ ਹੋਰ ਅਰਥ ਹੈ। ਦੂਸਰਾ ਪਾਰਟ ਜਿਹੜਾ ਉਹ ਵੀਰ ਅੰਸ਼ੂਮਾਨ ਵੱਲੋਂ ਆਇਆ, ਉਹ ਕਹਿੰਦਾ ਜੀ ਸਿੱਖਾਂ 'ਚ ਜ਼ਾਤ ਪਾਤ ਤੇ ਨਹੀਂ ਹੈ, ਪਰ ਬਹੁ ਗਿਣਤੀ ਸਿੱਖ ਜਿਹੜੇ ਨੇ ਆਪਣੇ ਨਾਮ ਨਾਲ ਕਾਸਟ ਜ਼ਰੂਰ ਲਾਉਂਦੇ ਨੇ, ਇਹਦਾ ਕੀ ਕਾਰਨ? ਤੋ ਇੱਕੋ ਸ਼ਬਦ ਦਾ ਤਕਰੀਬਨ ਉਹ ਮਿਲਦਾ ਜੁਲਦਾ ਹੈ, ਇਕੱਠਾ ਕਰਤਾ ਗਿਆ। ਉੱਤਰ ਦੇਣਗੇ ਸਾਹਿਬ ਮਨਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਤ ਪਾਤ ਨਾਲ ਸੰਬੰਧਿਤ ਜੋ ਸਵਾਲ ਹੈ ਉਹਦੀ ਬੈਕਗਰਾਉਂਡ ਨੂੰ ਸਮਝਣ ਵਾਸਤੇ ਸਾਨੂੰ ਪੁਰਾਣੇ ਸਮੇਂ ਤੋਂ ਜੋ ਜਿੱਥੋਂ ਇਹ ਜਾਤਾਂ ਦੀ ਵੰਡ ਸ਼ੁਰੂ ਹੋਈ, ਜਾਤਾਂ ਲੱਗਣੀਆਂ ਸ਼ੁਰੂ ਹੋਈਆਂ, ਥੋੜਾ ਜਿਹਾ ਉਹਦੇ ਵਾਸਤੇ ਵੀ ਨਜ਼ਰ ਮਾਰਨੀ ਪਏਗੀ। ਭਾਰਤੀ ਸਮਾਜ ਦੇ ਅੰਦਰ ਸਨਾਤਨ ਮਤ ਵਾਲਿਆਂ ਨੇ ਵੈਦਿਕ ਕਾਲ ਤੋਂ ਹੀ ਇਨਸਾਨ ਨੂੰ ਚਾਰ ਵਰਨਾਂ ਦੇ ਵਿੱਚ ਵੰਡ ਦਿੱਤਾ: ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਉਹਨਾਂ ਨੇ ਇਹ ਵੀ ਥਿਊਰੀ ਘੜ ਦਿੱਤੀ ਕਿ ਬ੍ਰਾਹਮਣ ਜਿਹੜਾ ਹੈ ਉਹ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ ਹੈ, ਖੱਤਰੀ ਜਿਹੜਾ ਉਹਦੀ ਬਾਹਾਂ ਚੋਂ ਪੈਦਾ ਹੋਇਆ ਹੈ, ਵੈਸ਼ ਉਹਦੇ ਪੱਟਾਂ ਚੋਂ ਪੈਦਾ ਹੋਇਆ ਹੈ ਤੇ ਸ਼ੂਦਰ ਉਹਦੇ ਪੈਰਾਂ ਚੋਂ ਪੈਦਾ ਹੋਇਆ। ਉਹ ਜਿਵੇਂ ਜਿਹਾ ਵੀ ਉਹਨਾਂ ਦੇ ਮਨ ਦੀ ਕਲਪਨਾ ਸੀ ਉਹਨਾਂ ਨੇ ਉਹਦੇ ਮੁਤਾਬਕ ਇਹ ਚਾਰ ਵਰਨਾਂ ਦੇ ਵਿੱਚ ਸਾਰੀ ਲੋਕਾਈ ਨੂੰ ਵੰਡ ਦਿੱਤਾ। ਤੇ ਉਹਦੇ ਮੁਤਾਬਕ ਉਹਨਾਂ ਨੇ ਫਿਰ ਵਰਨਾਂ ਦੇ ਮੁਤਾਬਕ ਉਹਨਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਤੇ ਵੱਖ-ਵੱਖ ਉਹਨਾਂ ਦੇ ਹੱਕ ਜਿਹੜੇ ਨੇ ਉਹ ਵੀ ਵੰਡ ਦਿੱਤੇ। ਸ਼ੂਦਰ ਨੂੰ ਕਿਸੇ ਕਿਸਮ ਦਾ ਵੀ ਕੋਈ ਹੱਕ ਨਹੀਂ ਦਿੱਤਾ ਗਿਆ, ਬਲਕਿ ਉਹਨੂੰ ਉੱਪਰਲੇ ਤਿੰਨ ਵਰਨਾਂ ਦੀ ਸੇਵਾ ਕਰਨ ਦਾ ਹੀ ਸਿਰਫ ਕਾਰਜ ਦਿੱਤਾ ਗਿਆ ਤੇ ਹੋਰ ਕਈ ਤਰ੍ਹਾਂ ਦੀਆਂ ਬੰਦਸ਼ਾਂ ਉਹਨਾਂ ਤੇ ਲਗਾ ਦਿੱਤੀਆਂ ਗਈਆਂ। ਉਸ ਤੋਂ ਬਾਅਦ ਇਹ ਮੇਨ ਚਾਰ ਵਰਨਾਂ ਦੇ ਵਿੱਚੋਂ ਫਿਰ ਜੋ ਕੋਈ ਕੰਮ ਕਰਦੇ ਸੀ, ਜਿਹੋ ਜਿਹੇ ਇਲਾਕਿਆਂ 'ਚ ਰਹਿੰਦੇ ਸੀਗੇ, ਉਹਦੇ ਹਿਸਾਬ ਨਾਲ ਉਹਨਾਂ ਦੇ ਨਾਲ ਵੰਡਾਂ ਹੋਣੀਆਂ ਸ਼ੁਰੂ ਹੋ ਗਈਆਂ। ਕਿਸੇ ਦੇ ਨਾਲ ਗੋਤ ਤੇ ਜਾਤਾਂ ਇਹ ਲੱਗਣੀਆਂ ਸ਼ੁਰੂ ਹੋ ਗਈਆਂ ਵੱਖ-ਵੱਖ, ਜਿਨ੍ਹਾਂ ਨੂੰ ਅੱਗੋਂ ਫਿਰ ਇਹ ਵਰਨਾਂ ਦੇ ਵਿੱਚ ਚਾਰ ਵਰਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ। ਕੋਈ ਸਨਾਤਨ ਮਤ ਦੇ ਫਾਲੋਅਰਸ ਦੇ ਥਰੂ ਇਹ ਸਾਰਾ ਹਿੰਦੁਸਤਾਨ ਦੇ ਅੰਦਰ ਇਹ ਜਾਤ ਵੰਡ ਜਿਹੜੀ ਹੈ ਇਹ ਵਰਨਾਂ ਦੇ ਵੰਡ ਦੇ ਮੁਤਾਬਕ ਉਹਨਾਂ ਦੇ ਮੇਨ ਚਾਰ ਕੈਟੇਗਰੀਆਂ ਦੇ ਅੰਦਰ ਅੱਗੋਂ ਸਬ ਕੈਟੇਗਰੀਜ਼ ਜਾਤਾਂ ਵਗੈਰਾ ਦੀਆਂ ਬੰਦੀਆਂ ਚਲੀਆਂ ਆ ਗਈਆਂ। ਇਹਨਾਂ ਦੇ ਵਿੱਚੋਂ ਕਈ ਇੱਕ ਐਸੇ ਵੀ ਨਾਮ ਹੁੰਦੇ ਸੀਗੇ ਜਿਹੜੇ ਸਿਰਫ ਇੱਕ ਪਰਿਵਾਰਕ ਨਾਮ ਹੁੰਦੇ ਸਨ। ਜਿਵੇਂ ਕਿਸੇ ਇੱਕ ਪਿੰਡ 'ਚ ਰਹਿਣ ਵਾਲੇ ਬੰਦੇ
ਉਹਨਾਂ ਦੇ ਨਾਲ ਉਹ ਪਿੰਡ ਦੀ ਨਿਸ਼ਾਨੀ ਜੁੜ ਜਾਂਦੀ ਸੀ, ਜਾਂ ਕਿਸੇ ਇੱਕ ਖਾਸ ਮੁਤਬਰ ਬੰਦਾ ਜਿਹੜਾ ਕੋਈ ਬਹੁਤ ਚੰਗੇ ਕਾਰਨਾਮੇ ਕਰ ਚੁੱਕਾ ਹੋਵੇ, ਤਾਂ ਉਹਦੀ ਅਗਲੀ ਔਲਾਦ ਜਿਹੜੀ ਆ ਉਹ ਉਹਦੇ ਹੀ ਨਾਮ ਤੋਂ ਉਹਨਾਂ ਨੂੰ ਜਾਣਿਆ ਜਾਂਦਾ ਸੀ। ਤਾਂ ਇਸ ਤਰੀਕੇ ਦੇ ਨਾਲ ਵੀ ਕਈਆਂ ਦੇ ਫੈਮਿਲੀ ਨੇਮ ਇੰਜ ਜੁੜਨੇ ਸ਼ੁਰੂ ਹੋ ਗਏ। तो समाज के अंदर ये प्रचलित सी ते क्योंकि जिन्ना भी गुरु काल तो पहला दे लोग सन उस बहुतात ਜਿਹੜੇ ਮੁਸਲਮਾਨਾਂ ਨੂੰ ਛੱਡ ਕੇ ਸਾਰੇ ਸਨਾਤਨੀ ਮਤ ਦੇ ਹੀ ਜਿਹੜੇ ਨਿਯਮ ਸਨ ਉਹਨਾਂ ਦੇ ਮੁਤਾਬਕ ਹੀ ਉਹਨਾਂ ਦਾ ਹਿਸਾਬ ਕਿਤਾਬ ਚੱਲਦਾ ਸੀ। तो ਇਹ ਲੋਕਾਂ ਦੇ ਵਿੱਚ ਇਹ ਜਾਤਾਂ ਦੇ ਨਾਮ ਪ੍ਰਚਲਿਤ ਸਨ ਤੇ ਇਸ ਤਰੀਕੇ ਦੇ ਨਾਲ ਫੈਮਲੀਆਂ ਦੇ ਨਾਮ ਵੀ ਨਾਲ ਜੁੜਦੇ ਗਏ। ਗੁਰੂ ਘਰ ਦੇ ਅੰਦਰ ਜਿਹੜਾ ਜਾਤ ਪਾਤ ਦੇ ਆਧਾਰ ਦੇ ਉੱਤੇ ਮਨੁੱਖ ਦਾ ਮਨੁੱਖ ਨਾਲ ਵਿਤਕਰਾ ਕੀਤਾ ਜਾਂਦਾ ਸੀਗਾ, ਉਸ ਚੀਜ਼ ਦੀ ਬਿਲਕੁਲ ਵੀ ਜਿਹੜੀ ਹੈ ਨਿਖੇਧੀ ਕੀਤੀ ਗਈ ਤੇ ਸਾਰੀ ਮਨੁੱਖਤਾ ਨੂੰ ਇੱਕ ਬਰਾਬਰ ਇੱਕ ਪਰਮਾਤਮਾ ਦੀ ਔਲਾਦ ਕਰਕੇ ਜੋ ਹੈ ਉਹ ਸਮਝਾਇਆ ਗਿਆ। ਉਹ ਭਾਵੇਂ ਲੋਕਾਂ ਦੇ ਨਾਮ ਦੇ ਨਾਲ ਉਹਨਾਂ ਦੇ ਜਾਤੀਵਾਚਕ ਸ਼ਬਦ ਤੇ ਜਾਂ ਪਰਿਵਾਰਕ ਸਾਂਝ ਵਾਲੇ ਸ਼ਬਦ ਜਾਂ ਇਲਾਕਿਆਂ ਵਾਲੇ ਪਿੰਡਾਂ ਦੇ ਨਾਮ ਵਾਲੇ ਸ਼ਬਦ ਜਿਹੜੇ ਸੀ ਉਹ ਜੁੜਦੇ ਰਹੇ, ਲੇਕਿਨ ਗੁਰੂ ਘਰ ਦੇ ਅੰਦਰ ਇਸ ਗੱਲ ਦਾ ਬੜਾ ਸਪਸ਼ਟ ਜਿਹੜਾ ਸੀ ਇਹ ਵਿਧਾਨ ਸੀਗਾ ਕਿ ਵੀ ਕਿਸੇ ਵੀ ਜਾਤ ਨੂੰ ਬਿਲੋਂਗ ਕਰਨ ਵਾਲਾ ਕੋਈ ਹੋਵੇ ਉਹਦੇ ਨਾਲ ਜਾਤੀ ਦੇ ਆਧਾਰ ਦੇ ਉੱਤੇ ਜਨਮ ਦੇ ਆਧਾਰ ਦੇ ਉੱਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਗੁਰਬਾਣੀ ਦੇ ਅੰਦਰ ਬਹੁਤ ਸਾਰੇ ਐਸੇ ਭਗਤ ਆਏ ਹਨ ਜਿਨ੍ਹਾਂ ਨੇ ਆਪਣੇ ਨਾਮ ਦੇ ਨਾਲ ਆਪਣੀ ਜਾਤ ਵੀ ਦੱਸੀ ਹੈ ਤੇ ਨਾਲ ਇਹ ਵੀ ਦੱਸਿਆ ਹੈ ਕਿ ਉਹ ਅਖੌਤੀ ਨੀਵੀਂ ਜਾਤ ਦੇ ਹੋਣ ਕਰਕੇ ਲੋਕਾਂ ਵੱਲੋਂ ਉਹਨਾਂ ਦੇ ਨਾਲ ਵਿਤਕਰਾ ਵੀ ਕੀਤਾ ਜਾਂਦਾ ਹੈ। ਜਿਵੇਂ ਨਾਮਦੇਵ ਭਗਤ ਜੀ ਦੀ ਬਾਣੀ 'ਚ ਵੀ ਇਸ ਬਾਰੇ ਇਸ਼ਾਰਾ ਮਿਲਦਾ ਹੈ। ਭਗਤ ਰਵਿਦਾਸ ਜੀ ਨੇ ਵੀ ਆਪਣੇ ਚਮਾਰ ਜਾਤ ਹੁੰਦਿਆਂ ਹੋਇਆਂ ਤੇ ਉੱਚੀ ਜਾਤ ਵਾਲਿਆਂ ਵੱਲੋਂ ਉਹਨਾਂ ਦੇ ਵਿਤਕਰੇ ਦੇ ਬਾਰੇ ਗੱਲ ਕੀਤੀ ਹੈ। ਕਬੀਰ ਜੀ ਨੇ ਵੀ ਆਪਣੇ ਜੁਲਾਏ ਹੋਣ ਕਰਕੇ ਪੰਡਤਾਂ ਵੱਲੋਂ ਉਹ ਜੋ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਉਸ ਨੂੰ ਵੀ ਉਹਨਾਂ ਨੇ ਬੜੇ ਦਲੇਰੀ ਦੇ ਨਾਲ ਚੈਲੰਜ ਵੀ ਕੀਤਾ ਹੈ। ਉਹ ਤੇ ਇੱਥੋਂ ਤੱਕ ਵੀ ਉਹਨੇ ਚੈਲੰਜ ਕਰਤਾ ਕਿ ਜੋ ਤੂੰ ब्राह्मणी जाया तो आन बाट काहे नहीं आया, तुम कद ब्राह्मण हम कद सूद, हम कद लोहू तुम कद दूध। जो ते ये सारे मतलब जो सीगे इस कारण करके ये वालियां गल्लां भगत कबीर जी नूं करनियां पईयां, क्योंकि इहदे अंदर जाति दे आधार दे उत्ते मनुखता दे नाल वितकरा बहुत ज़्यादा प्रचलित सी। ਤੇ ਖਾਸ ਤੌਰ ਤੇ ਕਈਆਂ ਜਾਂਦੀਆਂ ਜਿਹੜੀਆਂ ਇਹ ਨੀਵੀਆਂ ਜਾਤਾਂ ਸੀ ਸ਼ੂਦਰ ਵਾਲੀਆਂ, ਇਹਨਾਂ ਦੇ ਨਾਲ ਬਹੁਤ ਧੱਕਾ ਜ਼ੁਲਮ ਵੀ ਹੁੰਦਾ ਸੀ। ਤੋ ਪ੍ਰੈਕਟੀਕਲ ਲੈਵਲ ਦੇ ਉੱਤੇ ਭਗਤਾਂ ਨੇ ਵੀ ਇਸ ਜਾਤ ਵੰਡ ਨੂੰ ਚੈਲੰਜ ਕੀਤਾ ਤੇ ਗੁਰੂ ਘਰ ਦੇ ਵਿੱਚ ਵੀ ਜਾਤ ਵੰਡ ਦੇ ਆਧਾਰ ਦੇ ਉੱਤੇ ਇਹ ਇਸ ਤਰ੍ਹਾਂ ਦੇ ਵਿਤਕਰੇ ਨੂੰ ਚੈਲੰਜ ਕੀਤਾ ਗਿਆ। ਇੱਥੋਂ ਤੱਕ ਸਵਾਲ ਹੈ ਕਿ ਨਾਮ ਦੇ ਨਾਲ ਜਾਤ ਲੱਗੀ ਹੋਈ ਅਖਵਾਈ ਜਾਂਦੀ ਹੈ, ਤੋ ਉਹਦੇ ਉੱਤੇ ਜੋ ਮਨਾਹੀ ਹੈ ਜੋ ਬੰਦਿਸ਼ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਖੰਡੇ ਬਾਟੇ ਦੀ ਪਹੁਲ ਸਿੱਖਾਂ ਨੂੰ ਦੇ ਕੇ ਉਹਨਾਂ ਨੂੰ ਇੱਕ ਖਾਲਸਾ ਪੰਥ ਦਾ ਹਿੱਸਾ ਬਣਾਇਆ ਤਾਂ ਉਦੋਂ ਉਹਨਾਂ ਨੇ ਸਪਸ਼ਟ ਹਿਦਾਇਤ ਕਰ ਦਿੱਤੀ ਕਿ ਅੱਜ ਤੋਂ ਤੁਹਾਡੀ ਪੁਰਾਣੀ ਕੁਲ ਨਾਸ ਜਾਤ ਨਾਸ ਤੇ ਅੱਜ ਤੋਂ ਤੁਸੀਂ ਸਾਰੇ ਇੱਕ ਖਾਲਸਾ ਪਰਿਵਾਰ ਦੇ ਮੈਂਬਰ ਹੋ। ਤੁਹਾਡਾ ਸਭ ਦਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਤੋਂ ਜਨਮ ਕੇਸਗੜ੍ਹ ਸਾਹਿਬ ਦਾ, ਵਾਸੀ ਆਨੰਦਪੁਰ ਸਾਹਿਬ ਦੀ, ਸਾਰੇ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੋ ਤੇ ਕੋਈ ਆਪਣੇ ਨਾਮ ਦੇ ਨਾਲ ਹੋਰ ਕੋਈ ਜਾਤ ਪਾਤ ਨਹੀਂ ਲਗਾਏਗਾ। ਸਾਰੇ ਮਰਦ ਆਪਣੇ ਨਾਮ ਦੇ ਪਿੱਛੇ ਸਿੰਘ ਅਤੇ ਸਾਰੀ ਇਸਤਰੀਆਂ ਆਪਣੇ ਨਾਮ ਦੇ ਪਿੱਛੇ ਕੌਰ ਲਗਾਉਣਗੀਆਂ। ਲੇਕਿਨ ਇਹ ਜੋ ਨਿਯਮ ਸੀ ਇਹ 1699 ਦੀ ਵਿਸਾਖੀ ਤੋਂ ਲਾਗੂ ਕੀਤਾ ਗਿਆ। ਉਸ ਤੋਂ ਪਹਿਲਾਂ ਜਿੰਨੇ ਵੀ ਗੁਰੂ ਸਾਹਿਬਾਨ ਰਹੇ ਨੇ ਉਹ ਭਾਵੇਂ ਜਾਤੀ ਪ੍ਰਥਾ ਦੇ ਵਿਤਕਰੇ ਨੂੰ ਹਰ ਤਰੀਕੇ ਨਾਲ ਮਨਾਹੀ ਕਰਦੇ ਆਏ ਔਰ ਉਹਦੇ ਖਿਲਾਫ ਬੋਲਦੇ ਵੀ ਆਏ ਔਰ ਪ੍ਰੈਕਟੀਕਲੀ ਵੀ ਇਸ ਚੀਜ਼ ਦੀ ਉਹਨਾਂ ਨੇ ਨਿਖੇਧੀ ਕੀਤੀ, ਪਰ ਨਾਵਾਂ ਦੇ ਨਾਲ ਜਾਤ ਦੇ ਜੋ ਪਛਾਣ ਵਾਲੇ ਲਫ਼ਜ਼ ਸਨ ਉਹ ਵਰਤੀਂਦੇ ਰਹੇ। तो इसे करके ही गुरबाणी ਦੇ ਅੰਦਰ ਵੀ ਜਿਹੜਾ ਗੁਰੂ ਰਾਮਦਾਸ ਜੀ ਦੇ ਨਾਲ ਸੋਢੀ ਲਫ਼ਜ਼, ਗੁਰੂ ਅਮਰਦਾਸ ਜੀ ਦੇ ਨਾਲ ਭੱਲੇ ਲਫ਼ਜ਼ ਇਹ ਵਰਤਿਆ ਗਿਆ ਹੈ। ਜਿਵੇਂ ਕਿ ਰਾਮਕਲੀ ਸਤ ਬਾਣੀ ਜੋ ਕਿ ਬਾਬਾ ਸੁੰਦਰ ਜੀ ਨੇ ਲਿਖੀ ਹੈ ਉਹਦੀ ਵੀ 5ਵੀਂ ਪੌੜੀ ਦੇ ਅੰਦਰ ਪੰਕਤੀ ਆਂਦੀ ਹੈ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦਿਆ, ਗੁਰ ਸ਼ਬਦ ਸੱਚ ਨਿਸ਼ਾਨ ਜੀ। तो उत्ते बड़ा स्पष्ट उन्होंने लिखा है भी गुरु रामदास सोढी नूं एक गुरियाई का तिलक भाव जिम्मेवारी दी गई। इस तरह ही पट्टियां दे सवैयां दे अंदर
ਬਹੁਤ ਸਪਸ਼ਟ ਤੌਰ ਦੇ ਉੱਤੇ ਲਿਖਿਆ ਹੈ, ਲੈਣਾ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧ ਅਪਿਓ। ਤੋ ਇੱਥੇ ਵੀ ਗੁਰੂ ਰਾਮਦਾਸ ਜੀ ਦੇ ਨਾਮ ਦੇ ਨਾਲ ਸੋਢੀ ਲਫ਼ਜ਼ ਵਰਤਿਆ ਗਿਆ ਹੈ। ਇਹ ਇਸੇ ਤਰੀਕੇ ਹੀ ਸੋਢੀ ਸਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ। तो ये सारे लफ्ज इस करके वरते गए क्योंकि ये ਪਛਾਣ ਵਾਲੇ ਲਫ਼ਜ਼ ਸਮਾਜ ਦੇ ਵਿੱਚ ਪ੍ਰਚਲਿਤ ਸਨ, ਪਰ ਇੰਨਾ ਪੱਕਾ ਹੈ ਕਿ ਗੁਰੂ ਘਰ ਦੇ ਅੰਦਰ ਇਹਨਾਂ ਜਾਤਾਂ ਦੇ ਆਧਾਰ ਦੇ ਉੱਤੇ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਸੀ ਸਮਝਿਆ ਜਾਂਦਾ। ਤੋ ਇਹ ਪਛਾਣ ਦੇ ਵਾਸਤੇ ਲਫ਼ਜ਼ ਵਰਤੇ ਜਾਂਦੇ ਸੀਗੇ ਤੇ ਵਿਤਕਰੇ ਦੀ ਗੱਲ ਖਤਮ। ਲੇਕਿਨ 1699 ਦੀ ਵਿਸਾਖੀ ਨੂੰ ਬੜੇ ਸਪਸ਼ਟ ਤੌਰ ਦੇ ਉੱਤੇ ਇਹ ਜਾਤ ਪਾਤ ਜਿਹੜੇ ਜਾਣ ਪਛਾਣ ਵਾਸਤੇ ਵੀ ਇਹ ਪਹਿਚਾਣ ਵਾਲੇ ਵੀ ਲਫ਼ਜ਼ ਸੀ, ਉਹਨਾਂ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ ਗਈ। ਤੇ ਫਿਰ ਉਸ ਦਿਨ ਤੋਂ ਬਾਅਦ ਕਿਸੇ ਵੀ ਗੁਰਸਿੱਖ ਨੂੰ ਆਪਣੇ ਨਾਮ ਦੇ ਪਿੱਛੇ ਜਾਤ ਗੋਤ ਜਾਂ ਇਹੋ ਜਿਹੇ ਕੋਈ ਜਿਹੜਾ ਵਰਨਮੰਡ ਦੇ ਸੂਚਕ ਲਫ਼ਜ਼ ਹੈ ਉਹ ਲਗਾਉਣ ਦੀ ਮਨਾਹੀ ਕਰ ਦਿੱਤੀ ਗਈ ਤੇ ਕੇਵਲ ਸਿੰਘ ਅਤੇ ਕੌਰ ਲਗਾਉਣ ਦੀ ਜੋ ਹੈ ਉਹ ਸੇਧ ਦਿੱਤੀ ਗਈ। ਤੋ ਅੱਜ ਦੇ ਜ਼ਮਾਨੇ ਵਿੱਚ ਲੋਕ ਆਪਣੇ ਨਾਮ ਦੇ ਨਾਲ ਪਿੱਛੇ ਜਾਤ ਪਾਤ ਦੇ ਲਫ਼ਜ਼ ਲਗਾ ਰਹੇ ਹਨ। ਇਹ ਜਾਂ ਤਾਂ ਉਹਨਾਂ ਦੇ ਸਮਝ ਲਓ ਕਿ ਬਈ ਗੁਰੂ ਸਾਹਿਬ ਦੇ ਹੁਕਮ ਦੇ ਪ੍ਰਤੀ ਅਣਗਹਿਲੀ ਹੈ, ਜਾਂ ਉਹ ਇਹ ਸਮਝਦੇ ਹਨ ਕਿ ਬਈ ਸਾਡੇ ਉੱਤੇ ਗੁਰੂ ਸਾਹਿਬ ਦਾ ਹੁਕਮ ਲਾਗੂ ਹੁੰਦਾ ਨਹੀਂ ਹੈ, ਅਸੀਂ ਤਾਂ ਆਪਣੀ ਮਰਜ਼ੀ ਮੁਤਾਬਕ ਆਪਣਾ ਜੀਵਨ ਜਿਉਣਾ ਹੈ, ਜੋ ਸਾਨੂੰ ਚੰਗਾ ਲੱਗਦਾ ਅਸੀਂ ਕਰਨਾ ਹੈ। ਤੋ ਇਹ ਜਿਹੜੇ ਵਰਤਣ ਵਾਲੇ ਨੇ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ, ਪਰ ਖਾਲਸਾ ਪੰਥ ਦੇ ਮੈਂਬਰ ਹੋਣ ਦੇ ਨਾਤੇ ਸਭ ਸਿੱਖਾਂ ਵਾਸਤੇ ਇਹ ਵਿਧਾਨ ਹੈ ਕਿ ਆਪਣੇ ਨਾਮ ਦੇ ਨਾਲ ਕੋਈ ਜਾਤੀ ਸੂਚਕ ਲਫ਼ਜ਼ ਨਹੀਂ ਵਰਤਣਾ। ਇਤਨੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਾਤ ਪਾਤ ਨਹੀਂ ਹੈ ਜੀ, ਅਗਰ ਕੋਈ ਲਾਂਦਾ ਤੇ ਉਹਦੀ ਉਹ ਆਪ ਦੱਸੇ ਵੀ ਕਿਉਂ ਲਾਂਦਾ, ਕਿਸ ਤਰ੍ਹਾਂ ਕਰਦਾ। ਤੇ ਇਸੇ ਲਈ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ ਨਾ ਜੀ, ਤਾਂ ਉਹਨਾਂ ਨੇ ਇਸ ਗੱਲ ਦਾ ਬੜਾ ਪ੍ਰਚਾਰ ਕੀਤਾ ਤੇ ਕਈਆਂ ਲੋਕਾਂ ਨੇ ਕਿਹਾ ਜੀ ਵੀ ਅਸੀਂ ਇੱਕੋ ਜਿਹੇ ਨਾਂ ਦੇ ਹੈਗੇ ਆ 2 ਜਾਂ 3 ਇੱਕ ਸੁਸਾਇਟੀ ਜਾਂ ਕਿਤੇ ਸਭਾ 'ਚ। ਫਿਰ ਉਹਨਾਂ ਨੇ ਉਸ ਨੂੰ ਕਿਹਾ ਸੀ ਆਪਣੇ ਪਿੰਡ ਦਾ ਨਾਮ। ਹੁਣ ਤੁਸੀਂ ਜਿੰਨੇ ਸਾਡੇ ਪੁਰਾਣੇ ਸਿੱਖ ਲੀਡਰ ਹੋਏ ਨੇ ਉਹਨਾਂ ਦੇ ਨਾਮ ਨਾਲ ਪਿੰਡ ਲੱਗਿਆ ਹੁੰਦਾ, ਅਮਰ ਸਿੰਘ ਦੋਸਾਂਝ ਤੇ ਜਦਰ ਮੋਹਨ ਸਿੰਘ ਤੋੜ, ਗੁਰਚਰਨ ਸਿੰਘ ਟੋੜਾ, ਇਹ ਸਾਰੇ ਉਹਨਾਂ ਦੇ ਪਿੰਡਾਂ ਦੇ ਨਾਮ ਸਨ। ਸੋ ਆਇਡੈਂਟੀਫਿਕੇਸ਼ਨ ਦੇ ਲਈ ਇਹ ਫਿਰ ਇੱਕ ਹੱਲ ਲੱਭਿਆ ਗਿਆ। ਵਰਨਾ ਜਿਵੇਂ ਵੀਰ ਜੀ ਨੇ ਬੜੀ ਡਿਟੇਲ ਵਿੱਚ ਦੱਸਿਆ ਕਿ ਇਹ ਜ਼ਾਤ ਪਾਤ ਨਹੀਂ ਲਾਣੀ, ਤੇ ਜੇ ਕਿਸੇ ਨੂੰ ਕਿਸੇ ਆਇਡੈਂਟੀਫਿਕੇਸ਼ਨ ਕਰਕੇ ਮਜਬੂਰੀ ਲਾਣੀ ਪਈ ਹੈ, ਇੱਕ ਗੱਲ ਦਾ ਖਿਆਲ ਰੱਖਿਓ ਵੀ ਇਹ ਸੁਪੀਰੀਅਰਿਟੀ ਜਾਂ ਇਨਫੀਰੀਅਰਿਟੀ ਵੱਲ ਨਾ ਜਾਣ ਵੀ ਸਾਡੀ ਜਾਤ ਸੁਪੀਰੀਅਰ ਹੈ ਉਹਦੀ ਇਨਫੀਰੀਅਰ ਹੈ ਜਾਂ ਸਾਡੀ ਇਨਫੀਰੀਅਰ ਹੈ, ਐਸੀ ਕੋਈ ਗੱਲ ਨਹੀਂ ਹੈ। ਸਾਰੇ ਵਾਹਿਗੁਰੂ ਦੇ ਪੁੱਤਰ ਨੇ। ਵੀਰ ਐਮਪੀ ਸਿੰਘ ਨੇ ਬੜੀ ਡਿਟੇਲ ਸਾਨੂੰ ਦੱਸਿਆ, ਧੰਨਵਾਦ ਜੀ। ਆਓ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈਗਾ ਉਹ ਸਰ ਦਵਿੰਦਰ ਸਿੰਘ ਜੀ ਦਾ USA ਤੋਂ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਪਤਾਲਪੁਰੀ ਜਿਹੜਾ ਕੀਰਤਪੁਰ ਸਾਹਿਬ ਹੈ ਉਹਦੇ ਬਾਰੇ ਕੁਝ ਜਾਣਕਾਰੀ ਦਿਓ, ਕਿਉਂਕਿ ਉਹ ਜਿਸ ਵੇਲੇ ਦੱਸਦੇ ਨੇ ਵੀ ਉੱਥੇ ਗਏ ਤਾਂ ਕਿਉਂਕਿ ਜਿਹੜਾ ਬੰਦਾ ਬਾਹਰੋਂ ਨਹੀਂ ਉਹਦੀ ਵਾਕਫੀ ਹੁੰਦੀ ਤਾਂ ਟੈਕਸੀ ਵਾਲੇ ਨੇ ਸਿਰਫ ਇੱਕੋ ਗੁਰਦੁਆਰੇ ਲਿਜਾ ਕੇ ਉਹਨਾਂ ਨੂੰ ਵਾਪਸ ਲੈ ਆਂਦਾ, ਲਓ ਜੀ ਇਹੀ ਹੈ। ਤੇ ਉਹ ਕਹਿਣਗੇ ਇਹੀ ਹੈ, ਜਦ ਕਿ ਪਿਛਲੇ ਦਿਨਾਂ 'ਚ ਲੈਕਚਰ ਵਿੱਚ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਬਾਰੇ ਹੋਰ ਗੁਰਦੁਆਰਿਆਂ ਬਾਰੇ ਵੀ ਦੱਸਿਆ ਗਿਆ। ਤਾਂ ਉਹਨਾਂ ਨੇ ਇਸ ਕਰਕੇ ਖਦਸ਼ਾ ਜ਼ਾਹਰ ਕੀਤਾ ਵੀ ਇਹਦੇ ਬਾਰੇ ਦੱਸੋ ਕਿਉਂ ਇਹ ਇੱਕੋ ਗੁਰਦੁਆਰਾ ਕਿਉਂ ਜ਼ਿਆਦਾ ਉਹਨੂੰ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਤੋ ਇਹ ਸਾਨੂੰ ਦੱਸਣਗੇ ਡਾਕਟਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਏ ਜਾਂਦੇ ਹਨ ਉਹ ਕੀਰਤਪੁਰ ਸਾਹਿਬ ਦਾ ਸ਼ੀਸ਼ ਮਹਿਲ ਮੁੱਖ ਗੁਰਦੁਆਰਾ ਹੈ ਜੀ। ਇਸ ਦਾ ਇਤਿਹਾਸ ਕੀਰਤਪੁਰ ਸਾਹਿਬ ਦਾ ਤੇ ਪਤਾਲਪੁਰੀ ਸਾਹਿਬ ਦਾ ਰਲਵਾਂ ਹੈ, ਇਸ ਵਾਸਤੇ ਥੋੜਾ ਜ਼ਿਕਰ ਕੀਰਤਪੁਰ ਸਾਹਿਬ ਦਾ ਵੀ ਆ ਜਾਏਗਾ। ਹੁਣ ਪਤਾਲਪੁਰੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਰੋਪੜ ਜ਼ਿਲ੍ਹਾ ਵਿੱਚ ਇਹ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ 2 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ। ਇਹ ਸਥਾਨ ਅਨੰਦਪੁਰ ਸਾਹਿਬ ਤੋਂ 11 ਕਿਲੋਮੀਟਰ, ਰੋਪੜ ਤੋਂ 31, ਚੰਡੀਗੜ੍ਹ ਤੋਂ 99-90 ਕਿਲੋਮੀਟਰ ਦੀ ਦੂਰੀ ਤੇ ਹੈ। ਕੀਰਤਪੁਰ ਸਾਹਿਬ 1627 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਇਆ, ਜਿਸ ਵਾਸਤੇ ਜ਼ਮੀਨ ਕਹਿਲੂਰ ਦੇ ਰਾਜਾ ਤਾਰਾ ਚੰਦ ਪਾਸੋਂ ਖਰੀਦੀ ਗਈ ਸੀ। ਕੀਰਤਪੁਰ ਨਗਰ ਵਿਖੇ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ ਜੀ। ਇਹ ਮੁੱਖ ਗੁਰਦੁਆਰਾ ਹੈ। ਹੋਰ ਵੀ ਛੋਟੇ ਛੋਟੇ ਗੁਰਦੁਆਰੇ ਹਨ ਆਸ-ਪਾਸ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਘਰ ਸੀ। ਇਸੇ ਜਗ੍ਹਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਰਹਿੰਦੇ ਸਨ। ਬਾਬਾ ਗੁਰਦਿੱਤਾ ਜੀ ਦੇ ਘਰ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਇੱਥੇ ਜਨਮ ਲਿਆ ਅਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਘਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਇੱਥੇ ਹੀ ਜਨਮ ਲਿਆ।
ਪਤਾਲਪੁਰੀ ਸਾਹਿਬ ਦਰਿਆ ਸਤਲੁਜ ਦੇ ਕਿਨਾਰੇ ਤੇ ਹੈ। ਇਹ ਕੀਰਤਪੁਰ ਸਾਹਿਬ ਤੋਂ 2 ਕਿਲੋਮੀਟਰ ਤੇ ਹੈ। ਇਸ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ 1644 ਈਸਵੀ ਵਿੱਚ ਅਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ 1661 ਈਸਵੀ ਵਿੱਚ ਦੇਹ ਸੰਸਕਾਰ ਕੀਤਾ ਗਿਆ ਸੀ ਅਤੇ ਇੱਥੇ ਹੀ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਹ ਵੀ ਜ਼ਿਕਰ ਆਉਂਦਾ ਹੈ ਕਿ 1664 ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਿੱਲੀ ਵਿੱਚ ਜੋਤ ਸਮਾਉਣ ਉਪਰੰਤ ਦਿੱਲੀ ਵਿਖੇ ਹੀ ਸੰਸਕਾਰ ਕਰਕੇ ਅਸਥੀਆਂ ਜਲ ਪ੍ਰਵਾਹ ਇਸੇ ਜਗ੍ਹਾ ਤੇ ਕੀਤੀਆਂ ਜਾਣੀਆਂ ਦੱਸੀਆਂ ਜਾਂਦੀਆਂ ਹਨ। ਇਸੇ ਕਸਬੇ ਵਿੱਚ ਕੁਝ ਦੂਰੀ ਤੇ ਗੁਰਦੁਆਰਾ ਤੀਰ ਸਾਹਿਬ ਸਥਿਤ ਹੈ। ਇਸ ਦਾ ਇਤਿਹਾਸ ਇਹ ਦੱਸਿਆ ਜਾਂਦਾ ਹੈ, ਇਸ ਜਗ੍ਹਾ ਤੋਂ ਤੀਰ ਚਲਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪਤਾਲਪੁਰੀ ਦੇ ਨਿਸ਼ਾਨਦੇਹੀ ਕੀਤੀ। ਦੱਸਿਆ ਜਾਂਦਾ ਹੈ ਗੁਰਦੁਆਰਾ ਪਤਾਲਪੁਰੀ ਦੀ ਇਮਾਰਤ ਦੀ ਸੇਵਾ ਭਾਈ ਦਰਬਾਰਾ ਸਿੰਘ ਜੀ ਲੋਪੋਕੇ ਨੇ ਕਰਵਾਈ, ਜੋ ਕਿ ਲੋਪੋ ਇਹ ਮੋਗਾ ਦੇ ਕੋਲ ਹੈ ਜੀ, ਕਿਉਂਕਿ ਉਸ ਤੋਂ ਪਹਿਲੇ ਗੁਰਦੁਆਰਾ ਇੱਥੇ ਇੰਨਾ ਆਵਾਜਾਈ ਹੋਣ ਦੇ ਬਾਵਜੂਦ ਵੀ ਨਜ਼ਰ ਨਹੀਂ ਆਉਂਦਾ ਸੀ। ਇਸ ਸੰਬੰਧ ਵਿੱਚ ਮਈ 1976 ਵਿੱਚ ਲੋਪੋ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਮੋਹਨ ਸਿੰਘ ਤੁੱਡ ਨੇ ਇਸ ਦੀ ਮਨਜ਼ੂਰੀ ਦਿੱਤੀ। ਸਿੱਖ ਸੰਗਤਾਂ ਅੱਜ ਕੱਲ੍ਹ ਜੇ ਵਿਚਾਰ ਕਰੀਏ, ਬਹੁਤ ਲੋਕਾਂ ਵੱਲੋਂ ਮ੍ਰਿਤ ਪ੍ਰਾਣੀਆਂ ਦੀਆਂ ਅਸਥੀਆਂ ਦੂਰੋਂ ਨੇੜਿਓਂ ਲਿਆ ਕੇ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਦੀ ਪਿੜਤ ਪਈ ਲੱਗਦੀ ਹੈ, ਜਦਕਿ ਇਸ ਥਾਂ ਤੇ ਕੋਈ ਵਿਸ਼ੇਸ਼ ਪੁੰਨ ਮਹਾਤਮ ਮਰਿਆਦਾ ਵਗੈਰਾ ਬਿਲਕੁਲ ਨਹੀਂ ਹੈ। ਰਹਿਤ ਮਰਿਆਦਾ ਵਿੱਚ ਅਸਥੀਆਂ ਦੇ ਵਿਸਰਜਨ ਲਈ ਸਾਫ਼ ਲਿਖਿਆ ਹੈ, ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਉਪਰੰਤ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਇਸ ਲਈ ਕੋਈ ਵੀ ਨਜ਼ਦੀਕ ਵਹਿੰਦੇ ਜਲ ਸਰੋਤ ਤੇ ਜਾਇਆ ਜਾ ਸਕਦਾ ਹੈ। ਸੰਖੇਪ ਇਤਿਹਾਸ ਇਤਨਾ ਪੁਰਾਣ ਕਥਾ ਜੀ ਭੁਲਾ ਚੁੱਕਿਆ ਲਿਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਉਹਤੇ ਇਤਿਹਾਸ ਬਾਰੇ ਦੱਸ ਦਿੱਤਾ ਤੇ ਸੰਗਤ ਜੀ ਬੇਨਤੀ ਇਹ ਹੈ ਕਿ ਸਿੱਖ ਮਤ 'ਚ ਬੜੀ ਮਤਲਬ ਕੋਈ ਇਹ 'ਚ ਕਠੋਰਤਾ ਨਹੀਂ ਹੈ ਵੀ ਇਹੀ ਕਰਨਾ, ਰਿਜਿਡਿਟੀ ਨਹੀਂ, ਬੜੀ ਫਲੈਕਸੀਬਿਲਿਟੀ ਹੈ ਔਰ ਬਿਲਕੁਲ ਜਿਹੜੀਆਂ ਗੱਲਾਂ ਨੇ ਉਹ ਕਰਮ ਕਾਂਡਾਂ ਤੋਂ ਉੱਤੇ ਨੇ। ਗੁਰੂ ਮਹਾਰਾਜ ਨੇ ਸਾਨੂੰ ਕਰਮ ਕਾਂਡਾਂ 'ਚੋਂ ਕੱਢਿਆ, ਪਰੰਤੂ ਅਸੀਂ ਫੇਰ ਵੀ ਦੇਖਾ ਦੇਖੀ ਜੋ ਬਾਕੀ ਮਤ ਕਰਦੇ ਨੇ, ਅਸੀਂ ਵੀ ਕਰਮ ਕਾਂਡ ਆਪਣੇ 'ਚ ਲੈ ਆਉਂਦੇ ਨੇ। ਜੇਕਰ ਬਾਕੀ ਮਤਾਂ 'ਚ ਵੀ ਹਰਿਦੁਆਰ ਜਾ ਕੇ ਪਾਏ ਜਾਣ ਤੇ ਅਸੀਂ ਕਰ ਲਿਆ, ਚਲੋ ਜੀ ਕੀਰਤਪੁਰ ਸਾਹਿਬ ਜਾ ਕੇ ਪਾਏ ਜਾਣ। ਹੁਣ ਇੱਕ ਹੋਰ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਜਿਹੜਾ ਉਹਦੇ ਕੋਲ ਜਿਹੜਾ ਬਿਆਸਾ ਦਰਿਆ ਵੱਲ ਵਗਦਾ, ਉੱਥੇ ਵੀ ਇਹ ਸਿਸਟਮ ਕੀਤਾ। ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਵੀਰ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਕੋਈ ਮਰਿਆਦਾ ਅਨੁਸਾਰ ਚੱਲਦਾ ਪਾਣੀ ਨੇੜੇ ਜਿਹੜਾ ਵੀ ਹੋਵੇ ਕਿਸੇ 'ਚ ਤੁਸੀਂ ਪ੍ਰਵਾਹ ਕਰ ਸਕਦੇ ਹੋ। ਅਗਰ ਉਹ ਵੀ ਨਹੀਂ ਹੈ, ਬਹੁਤ ਦੂਰ ਹੈ ਜਾਂ ਨਹੀਂ ਅਵੇਲੇਬਲ, ਤੇ ਕੋਈ ਨਹੀਂ, ਤੁਸੀਂ ਟੋਇਆ ਪੁੱਟ ਕੇ ਉਹਨੂੰ ਬੰਦ ਕਰ ਦੱਬ ਦਿਓ। ਮਤਲਬ ਤੇ ਇਹ ਹੈ ਕਿ ਉਹਨਾਂ ਨੂੰ ਪ੍ਰੋਪਰਲੀ ਡਿਸਪੋਜ਼ ਕੀਤਾ ਜਾਏ। ਪਰ ਇਹਦੇ ਨਾਲ ਜੇ ਅਸੀਂ ਵਹਿਮ ਲਾ ਲਈਏ ਵੀ ਲੋ ਜੀ ਉੱਥੇ ਹੀ ਜਾ ਕੇ ਕਰਨਾ, ਤਾਂ ਇਹ ਸਾਡੇ ਜੋ ਸਿੱਖੀ ਦੇ ਬੇਸਿਕ ਵਿਚਾਰਧਾਰਾ ਹੈ ਉਹਦੇ ਉਲਟ ਜਾਂਦੇ। ਮੈਨੂੰ ਖਿਮਾ ਕਰਨਾ ਸਮਾਂ ਲੈ ਜਾਏ। ਇੱਕ ਵਾਰੀ ਜਹਾਜ਼ 'ਚ ਸਫ਼ਰ ਕਰਦੇ ਹਾਂ, ਇੱਕ ਸੀਟ ਤੇ ਸਿਰਫ ਇੱਕ ਛੋਟੀ ਜਿਹੀ ਪੋਟਲੀ ਪਈ ਸੀ, ਉਹ ਪੂਰੀ ਸੀਟ ਤੇ ਕਿਸੇ ਨੇ ਪੁੱਛਿਆ ਵੀ ਇੱਥੇ ਕਿਹਨੇ ਬਹਿਣਾ, ਉਹ ਕਹਿੰਦਾ ਮੇਰੇ ਬਾਪੂ ਜੀ ਦੀ ਇਹ ਸੀਟ ਹੈ। ਵੀ ਉਹਨਾਂ ਦੇ ਉਹ ਫੁੱਲ ਤਾਰਨ ਦੇ ਲਈ ਇੱਥੋਂ ਉੱਥੇ ਇੰਡੀਆ ਜਾ ਰਿਹਾ ਸੀ। ਮਤਲਬ ਹੈ ਵੀ ਆਪਾਂ ਇਹਨੂੰ ਕੀ ਕਵਾਂਗੇ। ਸੋ ਕਹਿਣ ਦਾ ਮਤਲਬ ਤੇ ਇਹ ਹੈ ਕਿ ਆਓ ਸਿੱਖ ਰਹਿਤ ਮਰਿਆਦਾ ਪੜ੍ਹਿਆ ਕਰੀਏ ਤੇ ਉਹਦੇ 'ਚ ਹਰ ਗੱਲ ਦਾ ਉੱਤਰ ਸਾਨੂੰ ਇਹ ਜਿਹੜੀਆਂ ਆਮ ਚਲਦੀਆਂ ਨੇ ਸਾਡੀਆਂ ਉਹਨਾਂ ਦਾ ਉੱਤਰ ਦਿੱਤਾ ਗਿਆ। ਤੇ ਅਸੀਂ ਐਵੇਂ ਦੇਖਾ ਦੇਖੀ ਕਰਮ ਕਾਂਡਾਂ 'ਚ ਨਾ ਜਾਈਏ। ਜਿਹੜਾ ਮਨੁੱਖ ਚੜ੍ਹਾਈ ਕਰ ਗਿਆ ਉਹਦੇ ਲਈ ਉਹਦੀਆਂ ਅਸਥੀਆਂ ਜਿੱਦਾਂ ਮਰਜ਼ੀ ਤੁਸੀਂ ਕਰਦੇ ਹੋ, ਉਹਨੂੰ ਕੋਈ ਫਰਕ ਨਹੀਂ। ਅਸੀਂ ਸਿਰਫ ਆਪਣਾ ਦੇਖਣਾ, ਪ੍ਰੋਪਰ ਉਹਨੂੰ ਡਿਸਪੋਜ਼ ਕਰਨਾ ਸਾਡਾ ਫਰਜ਼ ਬਣਦਾ। ਹੋਰ ਐਸੀ ਕੋਈ ਵਹਿਮ ਵਾਲੀ ਗੱਲ ਨਹੀਂ ਹੈ। ਤੋ ਧੰਨਵਾਦ ਡਾਕਟਰ ਤੇਜਿੰਦਰ ਸਿੰਘ ਜੀ ਆਪ ਜੀ ਦਾ। ਤੋ ਆਓ ਸੰਗਤ ਜੀ, ਅਗਲਾ ਸਵਾਲ ਜਿਹੜਾ ਉਹ ਕਰਨਲ ਜਸਵੰਤ ਸਿੰਘ ਜੀ ਦਾ, ਜਗਦੀਸ਼ ਸਿੰਘ ਜੀ ਦਾ। ਇਹਨਾਂ ਨੇ ਪੁੱਛਿਆ ਵੀ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ ਮਾਤਾ ਜੀ ਦਾ ਰੋਲ ਕੀ ਸੀ ਸਿੱਖਾਂ ਦੀ ਅਗਵਾਈ ਕਰਨ ਲਈ। ਮੈਂ ਬੇਨਤੀ ਕੀਤੀ ਸਰਦਾਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਇਹਦਾ ਬਾਰੇ ਸਾਨੂੰ ਸੰਖੇਪ ਦੱਸਣ ਕਿ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ ਮਾਤਾ ਜੀ ਦਾ ਰੋਲ ਕੀ ਸੀ ਸਿੱਖਾਂ ਦੀ ਅਗਵਾਈ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਵਾਲ ਵੀ ਰਾਜਾ ਸਿੰਘ ਜੀ ਨੇ ਪੜ੍ਹ ਕੇ ਸੁਣਾਇਆ ਹੈ, ਆਓ ਉਸ ਦੇ ਬਾਰੇ ਥੋੜੇ ਪਿਛੋਕੜ ਵੀ ਜਾਈਏ ਕਿ ਅਨੰਦਪੁਰ ਸਾਹਿਬ ਵਿੱਚ ਮੁਗਲਾਂ ਨਾਲ ਆਖਰੀ ਲੜਾਈ ਸਮੇਂ ਅਨੰਦਪੁਰ ਸਾਹਿਬ ਛੱਡਣ ਵੇਲੇ 20 ਦਸੰਬਰ 1704 ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਨ ਤੱਕ
ਭਾਵ 7 ਅਕਤੂਬਰ 1708 ਈਸਵੀ ਤੱਕ ਦਾ ਬੜਾ ਕਠਿਨ ਅਤੇ ਦੁਖਦਾਈ ਸਮਾਂ ਮਾਤਾ ਸਾਹਿਬ ਕੌਰ ਜੀ ਔਰ ਮਾਤਾ ਸੁੰਦਰ ਕੌਰ ਜੀ ਨੇ ਹੰਢਾਇਆ, ਪਰ ਹਮੇਸ਼ਾ ਅਡੋਲ ਅਤੇ ਚੜ੍ਹਦੀ ਕਲਾ ਵਿੱਚ ਰਹੇ। ਜਿੱਥੇ ਬਾਕੀ ਸਿੰਘ ਸਿੰਘਣੀਆਂ ਨੇ ਵੀ ਕੁਰਬਾਨੀਆਂ ਕੀਤੀਆਂ, ਉੱਥੇ ਕੀਰਤਪੁਰ ਵਿਖੇ ਪਰਿਵਾਰ ਵਿਛੋੜੇ ਸਮੇਂ ਆਪ ਜੀ, ਆਪ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਤੇ ਦੋ ਸੇਵਕਾਵਾਂ ਬੀਬੀ ਭਾਗ ਕੌਰ, ਬੀਬੀ ਹਰਦਾਸ ਕੌਰ, ਦੋ ਸਿੰਘ ਭਾਈ ਜਵਾਰ ਸਿੰਘ ਅਤੇ ਭਾਈ ਧੰਨਾ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਿੱਚ ਜਵਾਰ ਸਿੰਘ ਦੀ ਹਵੇਲੀ ਜੋ ਤੁਰਕਮਨ ਗੇਟ ਦੇ ਨਾਲ ਪੈਂਦੀ ਹੈ, ਉੱਥੇ ਆਪ ਜੀ ਦੀ ਰਿਹਾਇਸ਼ ਜਿਹੜੀ ਕੀਤੀ ਗਈ। ਚਮਕੌਰ ਦੇ ਜੰਗ ਵਿੱਚ ਵੱਡੇ ਦੋ ਸਾਹਿਬਜ਼ਾਦੇ ਅਤੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋ ਜਾਣ ਦੇ ਪਿੱਛੋਂ ਗੁਰੂ ਜੀ ਮੁਕਤਸਰ ਅਤੇ ਮੁਕਤਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇ। ਇੱਥੇ ਹੀ ਜਿਹੜੀ ਦੋਵੇਂ ਮਾਤਾਵਾਂ ਹਨ, ਭਾਈ ਮਨੀ ਸਿੰਘ ਜੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਕੋਲ ਫਰਵਰੀ 1706 ਨੂੰ ਦਰਸ਼ਨਾਂ ਲਈ ਪੁੱਜੀਆਂ ਤੇ ਚਾਰੇ ਸਾਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਨਾਲ ਨਾ ਦੇਖ ਕੇ ਉਨ ਮਾਤਾਵਾਂ ਨੇ ਪੁੱਛਿਆ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਉਂ ਉਚਾਰਿਆ, इन पुत्रन के शीस पर वार दिए सुचार, चार मोहे तो क्या हुआ जीवत कई हजार। कुछ समा उत्थे दर्शन करन तो बाद गुरु गोबिंद सिंह महाराज जी ने दखन विच औरंगजेब नूं मिलन दा फैसला कीता ते दोवें मातावां माता सुंदर कौर जी ते माता साहिब कौर जी नूं रस्तियां दीयां औखाइयां करके दिल्ली वापस भेज दिता गया। दमदमा साहिब तलवंडी तो नांदेड़ जांदे समय कलगीधर जी ने मोती शाह दे बाग, जिथे अजकल मोती बाग गुरुद्वारा है, ते चरण पाए ते इत्थों फिर दखन देश जाण समय माता साहिब कौर जी ने सतगुरु जी दे नाल जाण दी जिहड़ी है इच्छा प्रगट कीती। नांदेड़ विखे दशमेश जी ने माता साहिब कौर जी दे रिहाइश लई गोदावरी दे कंढे हीरा घाट विखे विशेष कुचेचा प्रबंध करवाया। माता साहिब कौर जी ने इत्थे ही अपना ठिकाना बना लिया। किते माता जी सवा पार रहिंदियां इशनान करन पिछों नितनेम करदे ਅਤੇ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਦੇ। ਕੀਰਤਨ ਦੀ ਸਮਾਪਤੀ ਪਿੱਛੋਂ ਸੰਗਤਾਂ ਨੂੰ ਵਿਚਾਰ ਕਰਦੇ ਉਹਨਾਂ ਨਾਲ ਗੁਰੂ ਜੀ ਨੇ ਆਪਣਾ ਪਰਲੋਕ ਗਮਨ ਦਾ ਸਮਾਂ ਨੇੜੇ ਵੇਖ ਕੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਜੀ ਦੇ ਕੋਲ ਭੇਜਣ ਦਾ ਸੰਕਲਪ ਬਣਾਇਆ ਅਤੇ ਉਹਨਾਂ ਨੂੰ ਆਪਣੇ ਕਮਰ ਕਸੇ ਵਿੱਚੋਂ 5 ਸ਼ਸਤਰ, ਖੜਗ, 2 ਧਾਰੀ ਖੰਡਾ, ਖੰਜਰ ਅਤੇ 2 ਕਟਾਰਾਂ ਪ੍ਰਦਾਨ ਕੀਤੀਆਂ। ਦਿੱਲੀ ਜਿੱਥੇ ਅੱਜਕੱਲ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਸੁਸ਼ੋਭਿਤ ਹੈ, ਇੱਥੇ ਆਪ ਸ਼ਸਤਰਾਂ ਦੀ ਸੇਵਾ ਕਰਦੇ ਰਹੇ। ਨਿਤਨੇਮ ਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਜਿਹੜੇ ਹਨ ਉਹ ਲੰਗਰ ਛਕਦੇ ਸਨ। ਹਕੂਮਤ ਨੇ ਇੱਕ ਵਾਰ ਫੇਰ ਮੋੜ ਨਵਾਂ ਲਿਆ। ਬਾਦਸ਼ਾਹ ਤੇ ਭਾਵੇਂ ਦਿਖਾਵੇ ਦਾ ਹੀ ਸੀ, ਪਰ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਦਾ ਆਦਰ ਕਰਦਾ ਰਿਹਾ। ਪਰ ਉਸ ਦੀ ਮੌਤ ਤੋਂ ਬਾਅਦ ਫਰੁਖਸੀਅਰ ਤਖਤ ਤੇ ਬੈਠਾ, ਜਿਸ ਨੇ ਸਿੱਖਾਂ ਦੇ ਖਿਲਾਫ ਜ਼ੁਲਮਾਂ ਦੀ ਹਨੇਰੀ ਚੁਲਾ ਦਿੱਤੀ, ਜਿਸ ਕਾਰਨ ਦੋਵੇਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਛੱਡ ਕੇ ਮਥੁਰਾ ਜਾਣਾ ਪਿਆ। ਫਰੁਖਸੀਅਰ ਦੀ ਮੌਤ ਤੋਂ ਬਾਅਦ ਸਨ 1719 ਈਸਵੀ ਵਿੱਚ ਸੰਗਤਾਂ ਦੇ ਸੱਦੇ ਉੱਤੇ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਫਿਰ ਦਿੱਲੀ ਜਿਹੜੇ ਹਨ ਉਹ ਵਾਪਸ ਆ ਗਏ। ਸ੍ਰੀ ਕਲਗੀਧਰ ਜੀ ਦੇ ਜੋਤੀਜੋਤ ਸਮਾਨ ਮਗਰੋਂ ਮਾਤਾ ਸਾਹਿਬ ਕੌਰ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ। ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ ਖਾਲਸਾ ਪੰਥ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚੋਂ 9 ਹੁਕਮਨਾਮਿਆਂ ਦਾ ਵੇਰਵਾ ਉਪਲਬਧ ਹੈ। ਮਾਤਾ ਸਾਹਿਬ ਕੌਰ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਵੇਖ ਕੇ ਮਾਤਾ ਸੁੰਦਰ ਕੌਰ ਜੀ ਨੂੰ ਕਲਗੀਧਰ ਜੀ ਦੇ ਬਖਸ਼ੇ ਸ਼ਸਤਰ ਅਬਚਲ ਨਗਰ ਤੋਂ ਤੁਰਨ ਵੇਲੇ ਮਾਤਾ ਸਾਹਿਬ ਕੌਰ ਜੀ ਨੂੰ ਸੁਪਰਦ ਕੀਤੇ ਸਨ। ਉਹ 5 ਸ਼ਸਤਰ ਉਹਨਾਂ ਨੇ ਮਾਤਾ ਸੁੰਦਰ ਕੌਰ ਜੀ ਦੇ ਸੁਪੁਰਦ ਕਰ ਦਿੱਤੇ। 15 ਅਕਤੂਬਰ 1734 ਈਸਵੀ ਨੂੰ ਸ਼ੁੱਕਰਵਾਰ ਨੂੰ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕੀਤਾ ਅਤੇ ਗੁਰੂ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਕੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ। ਮਾਤਾ ਜੀ ਕੁੱਲ ਸੰਸਾਰਕ ਯਾਤਰਾ ਲਗਭਗ 50 ਸਾਲ ਹੋ ਗਈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੋਤੀ ਸਮਾਨ ਜਾਣ ਉਪਰੰਤ ਲਗਭਗ 23 ਸਾਲ ਖਾਲਸਾ ਕੌਮ ਦੀ ਕੀਤੀ ਗਈ ਸ਼ਾਨਦਾਰ ਅਗਵਾਈ ਵੀ ਸ਼ਾਮਲ ਹੈ। ਦਿੱਲੀ ਤੋਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੇ ਮਿਲ ਕੇ ਸਿੱਖ ਕੌਮ ਦੀ ਅਗਵਾਈ ਕੀਤੀ ਅਤੇ ਇਹਨਾਂ ਦੇ ਹੁਕਮਨਾਮਿਆਂ ਤੋਂ 1726 ਤੋਂ ਲੈ ਕੇ 1734 ਤੱਕ ਦੀਆਂ ਤਰੀਕਾਂ ਜਿਹੜੀਆਂ ਉਹ ਮਿਲਦੇ ਹਨ।
ਮਾਤਾ ਜੀ ਤੋਂ ਪਿੱਛੋਂ ਆਪ ਜੀ ਦਾ ਸੰਸਕਾਰ ਬਾਲਾ ਸਾਹਿਬ ਗੁਰਦੁਆਰੇ ਦੇ ਅਹਾਤੇ ਵਿੱਚ ਕੀਤਾ ਗਿਆ। ਮਾਤਾ ਸਾਹਿਬ ਕੌਰ ਜੀ ਨੂੰ ਮਿਲੇ ਪੰਜੇ ਸ਼ਸਤਰ ਮਾਤਾ ਸੁੰਦਰ ਕੌਰ ਜੀ ਨੇ ਆਪਣੇ ਦੇਹਾਂਤ ਸਮੇਂ 1747 ਵਿੱਚ ਆਪਣੇ ਸੇਵਕ ਜੀਵਨ ਸਿੰਘ ਜੀ ਨੂੰ ਦੇ ਕੇ ਅਦਬ ਨਾਲ ਰੱਖਣ ਦੀ ਆਗਿਆ ਕੀਤੀ। ਜੀਵਨ ਸਿੰਘ ਦੀ ਕੁਲ ਨੇ ਇਹ ਸ਼ਸਤਰ 5 ਪੀੜ੍ਹੀਆਂ ਤੱਕ ਬੜੀ ਸ਼ਰਧਾ ਨਾਲ ਸੰਭਾਲ ਰੱਖੇ। 5ਵੀਂ ਪੀੜ੍ਹੀ ਦੇ ਆਤਮਾ ਸਿੰਘ ਨੇ ਪੰਥ ਦੀ ਇੱਛਾ ਅਨੁਸਾਰ ਇਹ ਸ਼ਸਤਰ ਗੁਰਦੁਆਰਾ ਰਕਾਬਗੰਜ ਦਿੱਲੀ ਵਿਖੇ ਜਿਹੜੇ ਹਨ ਸਥਾਪਨ ਕਰ ਦਿੱਤੇ। ਤੋ ਗੁਰੂ ਮਹਿਲਾਂ ਵਿਚਕਾਰ ਗੁਰੂਪਤੀ ਨਾਲ ਰਹਿਣ ਦਾ ਸਮਾਂ ਨਾਲੋਂ ਘੱਟ ਸਮਾਂ ਮਾਤਾ ਸਾਹਿਬ ਕੌਰ ਜੀ ਨੂੰ ਮਿਲਿਆ। ਇਸ ਦੇ ਬਾਵਜੂਦ ਵੀ ਉਹ ਇਤਿਹਾਸ ਵਿੱਚ ਗੁਰੂ ਮਹਿਲ ਵਜੋਂ ਸਭ ਤੋਂ ਵੱਧ ਸਤਿਕਾਰਤ ਤੇ ਮਹੱਤਵਪੂਰਨ ਸਥਾਨ ਰੱਖਦੇ ਹਨ। ਮਾਤਾ ਸਾਹਿਬ ਕੌਰ ਜੀ ਦੀ ਪਾਵਨ ਯਾਦ ਵਿੱਚ ਨਾਂਦੇੜ ਮਹਾਰਾਸ਼ਟਰ ਵਿੱਚ ਹੀਰਾ ਘਾਟ ਦੇ ਕੋਲ ਗੁਰਦੁਆਰਾ ਸਾਹਿਬ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਲਾ ਸਾਹਿਬ ਦੇ ਅਹਾਤੇ ਵਿੱਚ ਅੱਜ ਵੀ ਉਹਨਾਂ ਦੀ ਯਾਦਗਾਰ ਕਾਇਮ ਹੈ। ਆਸ ਹੈ ਜਿਨ੍ਹਾਂ ਨੇ ਸਵਾਲ ਪੁੱਛਿਆ ਹੈ ਉਹਨਾਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਮਾਤਾਵਾਂ ਵੱਲੋਂ ਬਕਾਇਦਾ ਗੁਰੂ ਪਰਿਵਾਰ ਵੱਲੋਂ ਜਿਹੜੀ ਸਿੱਖ ਪੰਥ ਦੀ ਅਗਵਾਈ ਕੀਤੀ ਗਈ ਉਹਦੇ ਬਾਰੇ ਸਾਨੂੰ ਡਿਟੇਲ ਦੱਸੀ ਹੈ। ਬਹੁਤ ਬਹੁਤ ਮੈਂ ਸ਼ੁਕਰੀਆ ਆਪ ਜੀ ਦਾ। ਤੋ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਜਿਹੜਾ ਇਤਿਹਾਸ ਹੈ ਇਹਦੇ 'ਚ ਕਈ ਵਾਰ ਵੱਖ-ਵੱਖ ਇਤਿਹਾਸਕਾਰ ਜਿਹੜੇ ਲੇਖਕ ਨੇ ਉਹ ਥੋੜਾ ਬਹੁਤਾ ਫਰਕ ਵੀ ਪਾ ਜਾਂਦੇ। ਤੋ ਕਈ ਥਾਂ ਤੇ ਐਸਾ ਵੀ ਹੋ ਸਕਦਾ ਹੈ ਕਿ ਕੋਈ ਘਟਨਾ ਕਿਸ ਤਰ੍ਹਾਂ ਲਿਖੀ ਹੋਵੇ ਉਹ, ਪਰ ਓਵਰਆਲ ਜਿਹੜਾ ਸਵਾਲ ਸੀਗਾ ਉਹ ਇਹ ਸੀਗਾ ਕਿ ਗੁਰੂ ਪਰਿਵਾਰ ਦੀ ਅਗਵਾਈ ਹੋਈ ਜਾਂ ਨਹੀਂ ਹੋਈ। ਤਾਂ ਉਹ ਵੀਰ ਜੀ ਨੇ ਦੱਸਿਆ ਕਿ ਗੁਰੂ ਪਰਿਵਾਰ ਨੇ ਬਖੂਬੀ ਅਗਵਾਈ ਸਿੱਖ ਜਗਤ ਦੀ ਕੀਤੀ ਹੈ। ਬਕਾਇਦਾ ਹੁਕਮਨਾਮੇ ਵੀ ਜਿਹੜੇ ਜਾਰੀ ਰਹਿੰਦੇ। ਧੰਨਵਾਦ ਵੀਰ ਤਜਿੰਦਰ ਸਿੰਘ ਜੀ। ਤੋ ਸੰਗਤ ਜੀ ਅਗਲਾ ਜਿਹੜਾ ਸਵਾਲ ਹੈ ਉਹ ਗੁਰਬਾਣੀ ਦੇ ਅਰਥਾਂ ਨਾਲ ਸੰਬੰਧਿਤ ਹੈ। ਸਵਾਲ ਪੁੱਛਿਆ ਸਰਦਾਰ ਜੈਮਲ ਸਿੰਘ ਜੀ ਨੇ ਬਾਰਾਮੂਲਾ ਕਸ਼ਮੀਰ ਤੋਂ। ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਿਆ ਸ਼ਬਦ ਅਸੀਂ ਬੜੀ ਵਾਰੀ ਸੁਣਦੇ ਹਾਂ, ਉਜਲ ਕਹਿਣਾ ਚਿਲਕਣਾ ਘੋਟੇ ਮੁਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਤੋ ਇਸ ਸ਼ਬਦ ਦੇ ਵਿੱਚ ਕੁਝ ਸ਼ਬਦ ਆਏ ਨੇ ਜਿਨ੍ਹਾਂ ਦੇ ਉੱਪਰ ਟਿੱਪੀ ਹੈ ਔਰ ਅਖੀਰਲਾ ਅੱਖਰ ਨੰਨਾ ਉਹਦੇ ਨਾਲ ਹਲੰਤ ਹੈ। ਤੇ ਸਾਹ ਜੈਮਨ ਸਿੰਘ ਜੀ ਨੇ 5 ਇਹੋ ਜਿਹੇ ਅੱਖਰ ਜਿਹੜੇ ਨੇ ਉਹ ਲਿਖੇ ਨੇ। ਉਹਨੇ ਕਿਹਾ ਇਹਨਾਂ ਦੇ ਅਰਥ ਕੀ ਨੇ ਤੇ ਇਹਨਾਂ ਦਾ ਉਚਾਰਨ ਕੀ। ਮੈਂ ਬੇਨਤੀ ਕੀਤੀ ਹੈ ਭੈਣ ਮਨਿੰਦਰ ਕੌਰ ਜੀ ਨੂੰ ਵੀ ਉਹ ਉਜਲ ਕਹਿਣਾ ਚਿਲਕਣਾ ਘੋਟਮ ਕਾਲੜੀ ਮਸ ਇਸ ਤੁਕ ਦੇ ਅਰਥ ਵੀ ਦੱਸ ਦੇਣ ਤੇ ਉਹ ਜਿਹੜੇ 5 ਸ਼ਬਦ ਨੇ ਉਹਨਾਂ ਦਾ ਉਚਾਰਨ ਉਹ ਕਿਰਪਾ ਕਰਕੇ ਦੱਸ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਜਿਸ ਤਰ੍ਹਾਂ ਕੀ ਸਵਾਲ ਕੀਤਾ ਹੈ ਮੈਂ ਸੋਚ ਰਹੀ ਹਾਂ ਕਿ ਪੂਰਾ ਸ਼ਬਦ ਹੀ ਇੱਕ ਵਾਰੀ ਰੀਡ ਕਰ ਦੇਣੀ ਆ ਤੇ ਉਹਦੇ ਸਭ ਪੌजेस और उच्चारण से ठीक मिल जाएगी। तो उज्जल कहा चिलकना कोटम कालड़ी मस तोतिया झूठ न उतरे जे सौ तोवा तिस सज्जन सेई नाल में चलदिया नाल चलन जिथे लेखा मंगिए तिथे खड़े दिसन कोठे मंडप माड़ियां पासों चितवियां डठियां कम नावनी विचों सखनियां बग्गा बग्गे कपड़े तीरथ मंज वसन कुट कुट जियां खावने बग्गे ना कहियन सिम्मल रुख शरीर है मैजन देख सिम्मल रुख शरीर में मैजन देख पुलन से फल कम नावनी ते गुण मैं तन हन अंधले भार उठाया डूंगर वाट बहुत अखी लोड़ी ना लहा हों चढ़ लंघा कित चाकरियां चंगियाइयां अवर सियाणप कित नानक नाम संभाल तू बद्धा छुटे जित। जो जी कनवीर जी ने दसिया है कि सवाल है चलन तो मैं उच्चारण किया है ते समझ आई गया है कि चलन नन्ना जड़ा है इसनों हलंत लग्या है ते जिथे हा लग्या हुंदा है जिस तरह की उन्हें चढ़ नूं असी अद्धे हाए नाल पढ़िया है
ਸੰਭਾਲ ਨੂੰ ਅੱਧੇ ਹਾਏ ਨਾਲ ਪੜਿਆ ਹੈ, ਤੇ ਜਿੱਥੇ ਅੱਧਾ ਹਾ ਲੱਗਿਆ ਹੁੰਦਾ ਹੈ ਉੱਥੇ ਤੇ ਉਚਾਰਨ ਭਾਰਾ ਹੋ ਜਾਂਦਾ ਹੈ, ਤੇ ਜਿੱਥੇ ਹਲੰਤ ਲੱਗਿਆ ਹੋਵੇ ਉੱਥੇ ਉਚਾਰਨ ਘਟ ਜਾਂਦਾ ਹੈ। ਇਸ ਵਾਸਤੇ ਉਹਦਾ ਉਚਾਰਨ ਚਲਨ, ਦਿਸਨ ਇਸ ਤਰ੍ਹਾਂ ਕਰਕੇ ਕੀਤਾ ਹੈ, ਪਰ ਉਸਦੇ ਪਹਿਲੇ ਟਿੱਪੀ ਵੀ ਲੱਗੀ ਹੈ। ਤੇ ਟਿੱਪੀ ਨੂੰ ਵੀ ਸਮਝਣਾ ਹੈ ਕਿ ਟਿੱਪੀ ਦਾ ਉਚਾਰਨ ਅਸੀਂ ਕਿਸ ਤਰ੍ਹਾਂ ਕਰਨਾ ਹੈ। ਟਿੱਪੀ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਆਵਾਜ਼ ਦਿੰਦੀ ਹੈ। ਜਿਵੇਂ ਇਸ ਦੇ ਲਈ ਸਾਨੂੰ 35 ਅੱਖਰੀ ਨੂੰ ਇੱਕ ਵਾਰੀ ਧਿਆਨ ਦੇਣਾ ਪਏਗਾ। ਜਿਸ ਤਰ੍ਹਾਂ ਕਿ 35 ਅੱਖਰੀ ਵਿੱਚ 8 ਵਰਗ ਹਨ। ਮੁੱਖ ਵਰਗ ਹੈ ਊੜਾ, ਐੜਾ, ਈੜੀ, ਸੱਸਾ, ਹਾ। दूसरा है कक्का वर्ग, कक्का, खक्का, गग्गा, खग्गा, ञा। तीसरा है चच्चा, छच्चा, जज्जा, छज्जा, ञा, कक्का चच्चा वर्ग। चौथा है टैंका वर्ग, टैंका, ठट्ठा, डड्डा, टड्डा, राणा। पंजवा है तत्ता वर्ग, तत्ता, थत्था, दद्दा, तद्दा, नन्ना। छेवां है पप्पा वर्ग, पप्पा, फफ्फा, बब्बा, पब्बा, मम्मा। ਤੇ ਅਖੀਰਲਾ ਹੈ ਅੰਤਿਮ ਵਰਗ, ਯਈਆ, ਰਾਰਾ, ਲੱਲਾ, ਵਾਵਾ ਔਰ ਰਾੜਾ। ਤੇ ਉਸ ਤੋਂ ਬਾਅਦ ਜਿਹੜਾ 8ਵਾਂ ਹੈ ਉਹ ਨਵੀਨ ਵਰਗ ਹੈ। ਸੱਸੇ ਪੈਰੀ ਬਿੰਦੀ, ਖੱਖੇ ਪੈਰੀ ਬਿੰਦੀ, ਗੱਗੇ ਪੈਰੀ ਬਿੰਦੀ, ਜੱਜੇ ਪੈਰੀ ਬਿੰਦੀ, ਫੱਫੇ ਪੈਰੀ ਬਿੰਦੀ ਹੋਰ ਲੱਲੇ ਪੈਰੀ ਬਿੰਦੀ। ਤੇ ਜਦ ਅਸੀਂ ਟਿੱਪੀ ਦਾ ਉਚਾਰਨ ਦੇਖਦੇ ਹਾਂ ਤੇ ਟਿੱਪੀ ਦਾ ਉਚਾਰਨ ਜਿਸ ਅਕਸ਼ਰ ਦੇ ਅੱਗੇ ਜਿਸ ਵੀ ਅੱਖਰ ਦੇ ਅੱਖਰ ਨੂੰ ਟਿੱਪੀ ਲੱਗੀ ਹੈ ਔਰ ਉਸ ਤੋਂ ਪਹਿਲਾ ਅੱਖਰ ਜਿਹੜਾ ਉਸ ਤੋਂ ਬਾਅਦ ਵਾਲਾ ਅੱਖਰ ਹੈ ਉਹ ਜਿਹੜਾ ਅੱਖਰ ਹੈ ਉਸ ਨੂੰ ਅਸੀਂ ਧਿਆਨ ਦੇਣਾ ਹੈ। ਜਿਕਨ ਇਸ ਵਿੱਚੋਂ ਸ਼ਬਦ ਵਿੱਚ ਅਸੀਂ ਦੇਖਦੇ ਹਾਂ ਕਿ ਚਲਨ, ਚਲਨ ਨੂੰ ਟਿੱਪੀ ਲੱਗੀ ਹੈ, ਉਸ ਤੋਂ ਅਗਲਾ ਅਕਸ਼ਰ ਲੱਲੇ ਨੂੰ ਟਿੱਪੀ ਹੈ, ਅਗਲਾ ਅਕਸ਼ਰ ਨੰਨਾ ਹੈ। ਤੇ ਫਿਰ ਇਹ ਤੇ ਨੰਨਾ ਹੀ ਹੈ ਤੇ ਨਾਸਕੀ ਉਚਾਰਨ ਹੈ, ਇਸ ਵਾਸਤੇ ਇੱਥੇ ਉਚਾਰਨ ਚਲਨ ਹੋ ਰਿਹਾ ਹੈ। ਦਿਸਨ ਵਿੱਚ ਵੀ ਦਿਸਨ ਉਚਾਰਨ ਹੋ ਰਿਹਾ ਹੈ ਤੇ ਅੱਗੇ ਨੰਨਾ ਅਕਸ਼ਰ ਹੈ, ਨੰਨਾ ਨਾਸਕੀ ਅਕਸ਼ਰ ਹੈ ਤੇ ਇਸ ਵਾਸਤੇ ਇਹਦਾ ਉਚਾਰਨ ਨਾਸਕੀ ਨੰਨਾ ਦਿਸਨ, ਨੰਨਾ ਨੰਨੇ ਦੇ ਨਾਲ ਉਚਾਰਨ ਹੋ ਰਿਹਾ ਹੈ ਟਿੱਪੀ ਦਾ। ਹੁਣ ਇੱਥੇ ਅਸੀਂ ਮੰਗੀਏ ਵਿੱਚ ਦੇਖਦੇ ਹਾਂ ਤੇ ਮੰਗੀਏ ਵਿੱਚ ਅੱਗੋਂ ਗੱਗਾ ਆ ਰਿਹਾ ਵੇ, ਮੰਗੀਏ। ਤੇ ਇੱਥੇ ਅਸੀਂ ਗੱਗੇ ਜਿਹੜੇ ਲਾਈਨ ਵਿੱਚ ਹੈ ਉਸ ਲਾਈਨ ਦਾ ਅਖੀਰਲਾ ਅਕਸ਼ਰ ਦੇਖਣਾ ਹੈ। ਉਸ ਲਾਈਨ ਦਾ ਅਖੀਰਲਾ ਅਕਸ਼ਰ ਹੈ ਨ। ਤੇ ਮੰਗੀਏ, ਦੇਖੋ ਮੰਗੀਏ ਦਾ ਉਚਾਰਨ ਨੰਜੇ ਨਾਲ ਹੋ ਰਿਹਾ ਹੈ, ਮੰਗੀਏ। ਜਿਹੜਾ ਅਕਸ਼ਰ ਉਸ ਤੋਂ ਬਾਅਦ ਆ ਰਿਹਾ ਵੇ ਜਿਸ ਨੂੰ ਟਿੱਪੀ ਲੱਗੀ ਹੈ ਉਸ ਲਾਈਨ ਦਾ ਅਸੀਂ ਅਖੀਰਲਾ ਅਕਸ਼ਰ ਦੇਖਦੇ ਹਾਂ, ਉਸ ਵਰਗ ਦਾ ਅਸੀਂ ਅਖੀਰਲਾ ਅੱਖਰ ਦੇਖਣਾ ਹੈ ਤੇ ਉਸ ਦੇ ਨਾਲ ਟਿੱਪੀ ਦਾ ਉਚਾਰਨ ਉਸ ਅਖੀਰਲੇ ਨਾਸਕੀ ਅਕਸ਼ਰ ਦੇ ਨਾਲ ਹੋਏਗਾ। ਅਖੀਰਲੇ ਸਾਰੇ ਜਿਹੜੇ 5 ਨਾਸਕੀ ਅੱਖਰ ਹਨ ਤੇ ਉਹਨਾਂ ਨੂੰ ਹੀ ਅਸੀਂ ਸਮਝਣਾ। ਹੁਣ ਮੰਡਪ, ਹੁਣ ਡੱਡਾ ਅਕਸ਼ਰ ਆ ਰਿਹਾ ਮੰਡਪ, ਆਇਆ ਕਿ ਨਹੀਂ ਪੈਸੇ ਵਾਲੀ? ਡੱਡਾ ਜਿਹੜਾ ਹੈ ਆ ਗਏ ਹੋਣਗੇ ਹੈ ਨਾ ਮੰਡਪ, ਤੇ ਡੱਡਾ ਕਿਹੜੇ ਵਿੱਚ ਆ ਰਿਹਾ ਵੇ? ਟੈਂਕਾ ਵਰਗ ਵਿੱਚ ਆ ਰਿਹਾ ਤੇ ਉਹਦਾ ਆਖਰੀ ਅਕਸ਼ਰ ਨਾਸਕੀ ਅਕਸ਼ਰ ਹੈ ਨਾਣਾ। ਤੇ ਮੰਡਪ ਉਸਦੇ ਵਿੱਚ ਮੰਡਪ ਨਾਨੇ ਦਾ ਉਚਾਰਨ ਹੋ ਰਿਹਾ ਵੇ। ਹੁਣ ਕੰਮ, ਕੰਮ ਤੇ ਮੰਮਾ ਜਿਹੜਾ ਹੈ ਉਹ ਖੁਦ ਹੀ ਨਾਸਕੀ ਹੈ, ਇਸ ਵਾਸਤੇ ਕੰਮ ਨੂੰ ਅਸੀਂ ਉਹਦਾ ਉਚਾਰਨ ਟਿੱਪੀ ਦਾ ਉਚਾਰਨ ਕੰਮ ਦੇ ਨਾਲ ਹੋ ਰਿਹਾ ਹੈ। ਇਸ ਤਰ੍ਹਾਂ ਹੀ ਵਸਨ, ਇੱਥੇ ਫਿਰ ਨੰਨਾ ਹੈ, ਨੰਨਾ ਨਾਸਕੀ ਅਕਸ਼ਰ ਹੈ, ਇਸ ਵਾਸਤੇ ਵਸਨ। ਫਿਰ ਸਿੰਮਲ ਵਿੱਚ ਵੀ ਦੇਖਦੇ ਹਾਂ ਕਿ ਮੰਮਾ ਅਕਸ਼ਰ ਆ ਰਿਹਾ ਹੈ ਲੇਕਿਨ ਮੰਮਾ ਖੁਦ ਹੀ ਨਾਸਕੀ ਹੈ ਤੇ ਸਿੰਮਲ ਜਦ ਅਸੀਂ ਉਚਾਰਨ ਕਰ ਰਹੇ ਹਾਂ ਤੇ ਉੱਥੇ ਮੰਮੇ ਦਾ ਉਚਾਰਨ ਆ ਰਿਹਾ ਟਿੱਪੀ ਨੂੰ। ਤੇ ਇਸ ਤਰ੍ਹਾਂ ਪੁਲਨ, ਹੁਣ ਇੱਥੇ ਫਿਰ ਉਹ ਨੰਨਾ ਹੈ ਤੇ ਨੰਨੇ ਅਕਸ਼ਰ ਦੀ ਵਜ੍ਹਾ ਨਾਲ ਪੁਲਨ, ਨੰਨੇ ਦਾ ਉਚਾਰਨ ਨੰਨਾ ਹੀ ਹੋ ਰਿਹਾ ਹੈ ਲੇਕਿਨ ਕਿਉਂਕਿ ਹਲੰਤ ਲੱਗਿਆ ਹੈ ਨਾ ਚਲਨ, ਵਸਨ, ਪੁਲਨ ਨੂੰ, ਇਸ ਵਾਸਤੇ ਉਹਦਾ ਉਚਾਰਨ ਘਟ ਜਾ ਰਿਹਾ ਵੇ। ਤੇ ਅੰਦੁਲੇ, ਅੰਦੁਲੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਅੱਗੋਂ ਤੱਦਾ ਆ ਰਿਹਾ ਵੇ ਤੇ ਤੱਤਾ, ਥੱਥਾ, ਦੱਦਾ, ਤੱਦਾ, ਨੰਨਾ। ਤੇ ਜਦ ਅੰਦਲੇ ਪੜ ਰਹੇ ਹਾਂ ਤੇ ਅੰਦ ਵੇਖੋ ਵਿੱਚ ਉਚਾਰਨ ਨੰਨਾ ਆ ਰਿਹਾ, ਅੰਦਲੇ
ਭਾਰ ਉਠਾਇਆ, ਡੂੰਗਰ ਪਾਟ ਬਹੁਤ। ਤੇ ਡੂੰਗਰ ਵਿੱਚ ਵੀ ਗੱਗਾ ਹੈ ਤੇ ਨੰਜਾ ਉਚਾਰਨ ਆ ਰਿਹਾ, ਡੂੰਗਰ ਪਾਟ ਬਹੁਤ। ਮੈਨੂੰ ਲੱਗਦਾ ਹੈ ਕਿ ਮੈਂ ਸਮਝਾ ਸਕੀ ਹੋਵਾਂਗੀ। ਤੇ ਇਸ ਦਾ ਨਿਯਮ ਇਹ ਹੈ ਕਿ ਜਿਹੜਾ ਅਕਸ਼ਰ ਅਖੀਰ ਵਿੱਚ ਆਂਦਾ ਵੇ, ਨਾਸਕੀ ਜਿਹੜੇ ਉਚਾਰਨ ਦੇ ਅਕਸ਼ਰ ਹਨ ਜਿਹੜੇ ਕਿ ਅਖੀਰ ਵਿੱਚ ਆਉਂਦੇ ਹਨ, ਤੇ ਜਿਸ ਵਰਗ ਵਿੱਚ ਉਹ ਅਕਸ਼ਰ ਹੈ ਜਿਹੜਾ ਟਿੱਪੀ ਵਾਲੇ ਅਕਸ਼ਰ ਤੋਂ ਬਾਅਦ ਹੈ, ਉਹ ਵਾਲਾ ਉਚਾਰਨ ਉਸ ਦੇ ਨਾਲ ਹੁੰਦਾ ਵੇ। ਉਸ ਅੱਖਰ ਦੇ ਉੱਤੇ ਟਿੱਪੀ ਦਾ ਉਚਾਰਨ ਉਸ ਤਰ੍ਹਾਂ ਹੁੰਦਾ ਹੈ। ਤੇ ਜਿੱਥੇ ਹੁਣ ਇੱਕ ਸਵਾਲ ਇਹਦੇ ਚ ਆਉਂਦਾ ਹੈ ਕਿ ਜਿਕਨ ਮੁੱਖ ਵਰਗ ਹੈ ਔਰ ਅੰਤਿਮ ਵਰਗ ਔਰ ਨਵੀਨ ਵਰਗ ਹੈ, ਇਹਨਾਂ ਵਿੱਚ ਆਖਿਰ ਵਿੱਚ ਨਾਸਕੀ ਅੱਖਰ ਨਹੀਂ ਹਨ। ਤੇ ਜਿਨ੍ਹਾਂ ਵਿੱਚ ਨਾਸਕੀ ਅੱਖਰ ਉਹ ਅਕਸ਼ਰ ਆਵੇ ਜਿਸ ਤੇ ਕਿ ਨਾਸਕੀ ਅੱਖਰ ਅਖੀਰ ਵਿੱਚ ਨਹੀਂ ਹੈ, ਫਿਰ ਉੱਥੇ ਜਿਹੜਾ ਮੁੱਖ ਵਰਗ ਹੈ ਉਸ ਦਾ ਅਖੀਰਲਾ ਜਿਹੜਾ ਅਕਸ਼ਰ ਹੈ ਉਸ ਦਾ ਉਚਾਰਨ ਹੁੰਦਾ ਵੇ। ਸਵਾਲ ਜੋ ਵੀਰ ਜੀ ਹੈ ਉਸ ਦਾ ਜਵਾਬ ਹੋ ਗਿਆ ਜਾਂ ਕੁਝ ਹੋਰ ਦੱਸਣ ਦੀ ਲੋੜ ਹੈ? प्रिय भैन जी, आप जी ने डिटेल दी है। तो संगत जी, जो सवालकर्ता ने पूछा सीगा कि उचारण, वो भैन जी ने उचारण करके दसिया। एक हलंत बारे मैं पूछा सी, जिहड़ा नन्ने दे पैर विच छोटी जी तुसीं देखो ना डंडी जी है, वो जिथे भी आंदी हलंत, हलंत दा मतलब कि थोड़ा जिहा भैन जी ने जिवें दसिया उहनूं थोड़ा जिहा हल्का करके बोलना। धन्नवाद आप जी दा बहुत बहुत। तो संगत जी, ये थोड़ा जिहा क्योंकि ਬਾਣੀ ਉਚਾਰਨ ਨਾਲ, ਇਹ ਪੰਜਾਬੀ ਦੇ ਉਚਾਰਨ ਨਾਲ ਸੰਬੰਧ ਰੱਖਦਾ ਹੈ, ਇਸ ਲਈ ਥੋੜੀ ਜਿਹੀ ਇਹ 'ਚ ਮਿਹਨਤ ਔਰ ਤੁਹਾਨੂੰ ਹੋਰ ਵੀ ਥੋੜੀ ਜਿਹੀ ਸਾਵਧਾਨੀ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਅੱਖਰ ਇਹੋ ਜਿਹੇ ਨੇ ਜਿਹੜੇ ਅਸੀਂ ਹੁਣ ਵਰਤਣੇ ਬੰਦ ਕਰਤੇ ਨੇ। ਜਿਵੇਂ ਅੱਜ ਕੱਲ੍ਹ ਜਿਹੜੀ ਪੰਜਾਬੀ ਲਿਖੀ ਜਾਂਦੀ ਹੈ, ਮੈਨੂੰ ਨਹੀਂ ਲੱਗਦਾ ਹਲੰਤ ਦੀ ਜਾਂ ਅੱਧੇ ਪੈਰ 'ਚ ਪੁਰਾਣੇ ਜਿਹੜੇ ਹਾਹੇ ਹੁੰਦੇ ਸਨ, ਗੁਰਬਾਣੀ 'ਚ ਅੱਧਾ ਵਵਾ ਵੀ ਅੱਧਾ ਨੰਨਾ ਵੀ ਹੈਗਾ, ਪਰ ਹੁਣ ਮਤਲਬ ਵੀ ਅੱਜ ਦੀ ਤਰੀਕ ਵਿੱਚ ਆਪਾਂ ਉਹਨਾਂ ਨੂੰ ਲਿਖਣਾ ਬੰਦ ਕਰਤਾ। ਤੇ ਜਿਉਂ ਆਪਾਂ ਲਿਖਦੇ ਨਹੀਂ, ਵਰਤਦੇ ਨਹੀਂ, ਤੇ ਨੈਚੁਰਲੀ ਗੱਲ ਅਸੀਂ ਭੁੱਲ ਜਾਂਦੇ ਹਾਂ। ਪਰ ਕਿਉਂਕਿ ਗੁਰਬਾਣੀ 'ਚ ਇਹ ਸਾਰੀਆਂ ਚੀਜ਼ਾਂ ਵਰਤੀਆਂ ਨੇ, ਸਾਨੂੰ ਇਹਨਾਂ ਬਾਰੇ ਗਿਆਨ ਹੋਣਾ ਬੜਾ ਜ਼ਰੂਰੀ ਹੈ। ਭੈਣ ਜੀ ਦਾ ਧੰਨਵਾਦ। ਤਾਂ ਸੰਗਤ ਜੀ, ਆਓ ਆਪਾਂ ਅੱਗੇ ਇੱਕ ਸਵਾਲ ਹੋਰ ਲੈਂਦੇ ਹਾਂ। ਤੇ ਜਿਸ ਵੇਲੇ ਆਪਾਂ ਸਿੱਖ ਇਤਿਹਾਸ ਦੀ ਗੱਲ ਚੱਲਦੀ ਹੈ ਤਾਂ ਉਹਦੇ 'ਚ ਇੱਕ ਪਾਤਰ ਹੈ ਸੁਥਰਾ ਸ਼ਾਹ। ਉਹਦੇ ਬਾਰੇ ਕਈ ਤਰ੍ਹਾਂ ਦੀਆਂ ਪ੍ਰਚਲਿਤ ਕਹਾਣੀਆਂ ਵੀ ਨੇ। ਤੋ ਸਵਾਲਕਰਤਾ ਨੇ ਪੁੱਛਿਆ ਵੀ ਸੁਥਰਾ ਸ਼ਾਹ ਕਿਹੜੇ ਗੁਰੂ ਕਾਲ 'ਚ ਹੋਇਆ? ਤੇ ਮੈਂ ਬੇਨਤੀ ਕਰ ਰਿਹਾ ਵੀਰਿੰਦਰਬੀਰ ਸਿੰਘ ਜੀ ਨੂੰ, ਉਹ ਕਿਰਪਾ ਕਰਕੇ ਦੱਸਣ ਕਿ ਸੰਖੇਪ ਜਿਹਾ ਕਿ ਸੁਥਰਾ ਸ਼ਾਹ ਕੌਣ ਸੀ ਔਰ ਕਿਹੜੇ ਗੁਰੂ ਕਾਲ 'ਚ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਸਵਾਲ ਦੱਸਿਆ ਹੈ ਤੇ ਇਹ ਇਤਿਹਾਸ ਨਾਲ ਸੰਬੰਧਿਤ ਸਵਾਲ ਹੈ, ਗੁਰ ਇਤਿਹਾਸ ਦੇ ਨਾਲ। ਤਾਂ ਸੰਗਤ ਜੀ, ਸੁਥਰਾ ਸ਼ਾਹ 17ਵੀਂ ਸਦੀ ਦਾ ਇੱਕ ਪ੍ਰਸਿੱਧ ਫਕੀਰ ਹੋਇਆ ਹੈ ਤੇ ਇਹ ਆਪਣੀ ਬੇਪਰਵਾਹੀ, ਹਾਜ਼ਰ ਜਵਾਬੀ ਅਤੇ ਹਾਸਰਸੀ ਤਬੀਅਤ ਕਾਰਨ ਬਹੁਤ ਪ੍ਰਸਿੱਧ ਹੋਇਆ ਹੈ। ਸੁਥਰੇ ਸ਼ਾਹ ਦੇ ਜਨਮ ਤੇ ਮਾਤਾ ਪਿਤਾ ਦੇ ਬਾਰੇ ਸਿੱਖ ਧਰਮ ਦੇ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਸਤੰਬਰ 1672 ਸੰਮਤ 1672 ਸਨ 1615 ਈਸਵੀ ਵਿੱਚ ਬਾਰਾਮੂਲਾ ਕਸ਼ਮੀਰ ਦੇ ਬਰਾਮਪੁਰ ਪਿੰਡ ਨਿਵਾਸੀ ਨੰਦੇ ਖੱਤਰੀ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਤੇ ਜਨਮ ਲੈਣ ਸਮੇਂ ਇਹ ਬਾਲਕ ਦੰਦਾਂ ਸਮੇਤ ਹੀ ਪੈਦਾ ਹੋਇਆ ਸੀ, ਜਿਸ ਕਾਰਨ ਜੋਤਸ਼ੀਆਂ ਨੇ ਇਹਨਾਂ ਦੇ ਘਰ ਵਾਲਿਆਂ ਨੂੰ ਇਹ ਕਿਹਾ ਕਿ ਵਿਘਨਕਾਰੀ ਬੱਚਾ ਹੈ ਤੇ ਉਹਨਾਂ ਨੇ ਬੱਚੇ ਨੂੰ ਘਰ ਤੋਂ ਬਾਹਰ ਸੁੱਟ ਦਿੱਤਾ। ਤੇ ਇਹ ਵੀ ਲਿਖਦੇ ਨੇ ਕਿ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੇ ਦੌਰੇ ਤੋਂ ਵਾਪਸ ਆ ਰਹੇ ਸਨ ਤੇ ਰਸਤੇ ਵਿੱਚ ਉਹਨਾਂ ਨੇ ਬਾਲਕ ਜਿਹੜਾ ਸੀ ਇਹ ਰਸਤੇ ਵਿੱਚ ਪਿਆ ਮਿਲਿਆ ਉਹਨਾਂ ਨੂੰ, ਜਿਸ ਨੂੰ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਹਿ ਕੇ ਬਾਲਕ ਨੂੰ ਚੁੱਕ ਲਿਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਬਾਲਕ ਜਿਹੜਾ ਹੈ ਇਹ ਸੁਥਰਾ ਹੈ ਤੇ ਇਸ ਨੂੰ ਅਸੀਂ ਆਪ ਜਿਹੜੀ ਪਾਲਣ ਪੋਸ਼ਣ ਹੈ ਉਹ ਆਪਣੇ ਹੱਥਾਂ ਵਿੱਚ ਕਰਾਂਗੇ। ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਆਪਣੇ ਕੋਲ ਲੈ ਲਿਆ ਤੇ ਉਸ ਸਮੇਂ ਤੋਂ ਇਸ ਦਾ ਨਾਂ ਜਿਹੜਾ ਸੀ ਇਹ ਸੁਥਰਾ ਪੈ ਗਿਆ। ਇਹ ਸੁਥਰਾ ਕਹਿੰਦੇ ਨੇ ਕਿ ਗੁਰੂ ਘਰ ਦਾ ਵੱਡਾ ਪ੍ਰੇਮੀ ਬਣਿਆ ਤੇ ਬਾਅਦ ਵਿੱਚ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਵਿੱਚ ਵੀ ਇਹ ਸੇਵਾ ਵਿੱਚ ਹਾਜ਼ਰ ਰਿਹਾ। ਇੱਕ ਹੋਰ ਸਰੋਤ, ਕਿਉਂਕਿ ਸੁਥਰੇ ਦੇ ਮਾਤਾ ਪਿਤਾ ਜਾਂ ਰਿਹਾਇਸ਼ ਦੇ ਬਾਰੇ ਵਿੱਚ ਥੋੜਾ ਡਿਫਰੈਂਸ ਵੀ ਦੱਸਦੇ ਨੇ, ਸਿੱਖ ਐਨਸਾਈਕਲੋਪੀਡੀਆ ਦਾ ਲਿਖਾਰੀ ਦੱਸਦਾ ਹੈ ਕਿ ਇਸ ਦਾ ਜਨਮ ਬਰਾਮਪੁਰ ਵਿਖੇ ਹੋਇਆ ਤੇ ਨੰਦੇ ਖੱਤਰੀ ਦੇ ਪਰਿਵਾਰ ਵਿੱਚ ਹੋਇਆ। ਤੇ ਹੁਣ ਇਹ ਬਰਾਮਪੁਰ ਇਲਾਕਾ ਜਿਹੜਾ ਉਹ ਲਿਖਦਾ ਕਿ ਗੁਰਦਾਸਪੁਰ ਪੰਜਾਬ ਵਿੱਚ।
ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਸੁਥਰੇ ਸ਼ਾਹ ਦੇ ਬਾਰੇ ਲਿਖਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਿਰਾਏ ਸਾਹਿਬ ਦਾ ਸ਼ਰਧਾਲੂ ਮਲੰਗ ਫਕੀਰ ਸੀ, ਜੋ ਧਰਮ ਤੇ ਸਮਾਜ ਦੇ ਕੂੜੇ ਰਸਮ ਰਿਵਾਜਾਂ ਰੀਤਾਂ ਨੂੰ ਕਟਾਖ ਕਰਨੋਂ ਸੰਕੋਚ ਨਹੀਂ ਸੀ ਕਰਦਾ। ਭਾਵ ਖੁੱਲੇ ਤੌਰ ਤੇ ਉਹਨਾਂ ਦੇ ਬਾਰੇ ਵਿੱਚ ਬਿਆਨ ਕਰ ਦਿੰਦਾ ਸੀ। ਕਈ ਵਿਦਵਾਨਾਂ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਕਰਕੇ ਵੀ ਲਿਖਿਆ ਹੈ, ਤੇ ਰਤਨ ਸਿੰਘ ਜੱਗੀ ਨੇ ਇਹ ਲਿਖਿਆ ਵਿਚਾਰ ਦੱਸੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪ੍ਰਕਾਰ ਦਾ ਮਸਖਰਾ ਸਿੱਖ ਅਤੇ ਦਰਬਾਰੀ ਕਵੀ ਸੀ। ਸੋ ਸੁਥਰੇ ਸ਼ਾਹ ਦੇ ਹਾਸਰਸ ਦੀ ਵਿੱਚ ਜਿਹੜੀ ਲਿਖਤ ਸੀ, ਉੱਚ ਪੱਧਰ ਦੀ ਕਵਿਤਾ ਲਿਖ ਕੇ ਪੰਜਾਬੀ ਸਾਹਿਤ ਨੂੰ ਹਾਸਰਸ ਕਵਿਤਾ ਦਾ ਉਸ ਵਿੱਚ ਮੁੱਢ ਬਣਿਆ, ਇਹ ਮੰਨਿਆ ਜਾਂਦਾ ਹੈ। ਇਸ ਦੀ ਕਵਿਤਾਵਾਂ ਵਿੱਚ ਸਮਾਜਿਕ ਦੋਸ਼ਾਂ ਅਤੇ ਆਮ ਵਿਅਕਤੀਆਂ ਦੇ ਔਗਣ ਉੱਪਰ ਵਿਅੰਗ ਥਾਂ ਮਿਲਦੇ ਹਨ। ਇਸ ਦੁਆਰਾ ਕੀਤੇ ਵਿਅੰਗ ਹਾਸਰਸ ਵਿੱਚ ਲਪੇਟੇ ਹੋਏ ਹੁੰਦੇ ਹਨ, ਤੇ ਇਸ ਦੀ ਕਵਿਤਾ ਦਾ ਉਦੇਸ਼ ਇਖਲਾਕੀ ਅਤੇ ਧਾਰਮਿਕ ਸੇਧਾਂ ਦੇਣਾ ਹੁੰਦਾ ਸੀ। ਤੇ ਦੋ ਕੁ ਜਿਹੜੇ ਬੰਧਨ ਆਪ ਜੀਆਂ ਦੇ ਨਾਲ ਸਾਂਝੀ ਕਰਨਾ ਚਾਹਾਂਗਾ। ਲੋਕ ਡਰਾਵਨ ਕਾਰਨੇ ਕੀ ਤੈ ਭੇਖ ਬਣਾਇਆ, ਨਿਰ ਉਦਮ ਟੁਕੜਾ ਪਾਉਣਾ ਬਾਬਾ ਨਾਮ ਸਦਾਇਆ, ਜਿਉਂ ਜਿਉਂ ਚੜਨ ਸ਼ਰੀਣੀਆਂ ਤਿਉਂ ਤਿਉਂ ਵੱਧਦਾ ਜਾ, ਦੇ ਦਵਾਈ ਖੁੱਲੀਆਂ ਅਗਲੀ ਗੱਲ ਨਾ ਕਾ। ਇਸ ਨੂੰ ਗੱਲ ਸਪਸ਼ਟ ਕਰ ਦੇਣ ਦੀ ਆਦਤ ਸੀ, ਜੋ ਮਨ ਵਿੱਚ ਆਉਂਦਾ ਸਾਫ਼-ਸਾਫ਼ ਕਹਿ ਦਿੰਦਾ। ਨਰਕ ਵੀ ਝੂਠਾ, ਸੁਰਗ ਵੀ ਝੂਠਾ, ਝੂਠੇ ਨਹੀਂ ਵੇਦ ਚਾਰੇ, ਅਗਲੀ ਗੱਲ ਜੇ ਆਖਾਂ ਸੁਥਰਿਆ, ਖਲਲ ਪਵੈ ਸੰਸਾਰ। ਭਾਵ ਬੜੇ ਬੇਖੁਦ ਹੋ ਕੇ ਇਹ ਜਿਹੜੀ ਗੱਲਾਂ ਸੀ ਸਮਾਜ ਦੇ ਬਾਰੇ ਵਿੱਚ ਕਰ ਲੈਂਦਾ ਸੀ। ਤੇ ਸੁਥਰੇ ਸ਼ਾਹ ਦੇ ਜਿਹੜੇ ਫਾਲੋਵਰਸ, ਉਹਨਾਂ ਨੇ ਬਾਅਦ ਵਿੱਚ ਕਈ ਸੰਪਰਦਾ ਵੀ ਇਹਦੇ ਨਾਂ ਤੇ ਬਣ ਗਈਆਂ, ਤੇ ਕਈ ਧਰਮਸ਼ਾਲਾ ਵੀ ਇਸ ਦੇ ਨਾਂ ਤੇ ਬਣ ਗਈਆਂ। ਤੇ ਇਹਨਾਂ ਦੇ ਜਿਹੜੇ ਚੇਲੇ ਸਨ, ਉਹਨਾਂ ਨੂੰ ਸੁਥਰਾ ਸ਼ਾਹੀ ਕਹਿੰਦੇ ਸਨ, ਜੋ ਇਹਨਾਂ ਨੂੰ ਮੰਨਦੇ ਸਨ। ਤੇ ਕਈ ਸਾਧੂ ਫਕੀਰ ਅੱਜ ਵੀ ਸੁਥਰੇ ਸ਼ਾਹੀ ਜਿਹੜੇ ਨੇ, ਉਹ ਅਸੀਂ ਕਈ ਥਾਵਾਂ ਤੇ ਦੇਖ ਸਕਦੇ ਹਾਂ। ਤੇ ਇਹਨਾਂ ਦੀ ਜਿਹੜੀ ਨਿਸ਼ਾਨੀ ਹੈ, ਹੱਥ ਵਿੱਚ ਡੰਡੇ ਫੜ ਕੇ ਡੰਡੇ ਵਜਾਉਂਦੇ ਫਿਰਦੇ ਨੇ, ਤੇ ਆਮ ਤੌਰ ਤੇ ਇਹ ਗਾਉਂਦੇ ਫਿਰਦੇ ਹਨ, ਸਤਿਗੁਰੂ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇਲਾ। ਤੋ ਸੰਗਤ ਜੀ, ਸ੍ਰੀਨਗਰ ਕਸ਼ਮੀਰ ਵਿੱਚ ਵੀ ਸ਼ਹੀਦਗੰਜ ਦੇ ਨਾਲ ਹੀ ਇੱਕ ਇਲਾਕਾ ਹੈ ਸੁਥਰਾ ਸ਼ਾਹੀ, ਜੋ ਵੀ ਇਹ ਕਿਹਾ ਜਾਂਦਾ ਹੈ ਕਿ ਇਹ ਵੀ ਸੁਥਰੇ ਸ਼ਾਹ ਦੇ ਨਾਲ ਜਿਹੜੇ ਉਹਦੇ ਚੇਲੇ ਸਨ, ਉਹਨਾਂ ਦੇ ਨਾਂ ਤੇ ਹੀ ਇਸ ਨੂੰ ਜਾਣਿਆ ਜਾਂਦਾ ਹੈ। ਬੇਸ਼ੱਕ ਅੱਜ ਸੁਥਰਾ ਸ਼ਾਹੀ ਦੇ ਵਿੱਚ ਧਰਮਸ਼ਾਲਾ ਨਾਂ ਦੀ ਕੋਈ ਵੀ ਜਿਹੜੀ ਨਿਸ਼ਾਨੀ ਹੈ ਮੌਜੂਦ ਨਹੀਂ ਹੈ, ਪਰ ਇੱਥੋਂ ਦੀ ਹਾਈ ਕੋਰਟ ਦੇ ਇੱਕ ਜੱਜਮੈਂਟ ਦੇ ਵਿੱਚ, ਜੋ ਕਿ 11 ਅਗਸਤ 1947 ਦੇ ਵਿੱਚ ਇੱਕ ਕੇਸ ਦੇ ਵਿੱਚ ਆਈ ਸੀ, ਪ੍ਰਾਪਰਟੀ ਡਿਸਪਿਊਟ ਸੀ, ਤਾਂ ਉਹ ਜੱਜਮੈਂਟ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਜਿਸ ਤੋਂ ਸਪਸ਼ਟ ਹੋਇਆ ਕਿ ਸੁਥਰਾ ਸ਼ਾਹੀ ਜਿਹੜਾ ਇਹ ਇਸੇ ਸੁਥਰਾ ਸ਼ਾਹੀ ਦੀ ਗੱਲ ਹੋ ਰਹੀ ਹੈ, ਤੇ ਇਸ ਦੇ ਚੇਲਿਆਂ ਦੇ ਨਾਂ ਤੇ ਹੀ ਇਹ ਇਲਾਕਾ ਸੀ। ਉਹਦੇ ਵਿੱਚ ਲਿਖਦੇ ਨੇ ਕਿ ਰਿਲੀਜੀਅਸ ਇੰਸਟੀਟਿਊਸ਼ਨ ਆਫ ਸੁਥਰਾ ਸੈਕਟ ਸਿਚੁਏਟਡ ਐਟ ਸ਼ਹੀਦਗੰਜ ਇਨ ਦਾ ਸਿਟੀ ਆਫ ਸ੍ਰੀਨਗਰ, ਜਿਸ ਤੋਂ ਇਹ ਸਿੱਧ ਹੁੰਦਾ ਕਿ ਸੁਥਰਾ ਸ਼ਾਹੀ ਉਸੇ ਸੁਥਰਾ ਸ਼ਾਹ ਦੇ ਨਾਂ ਤੇ ਸੀ। ਤੇ ਅੱਗੇ ਲਿਖਦੇ ਆ, ਮਤਲਬ ਉਸ ਜੱਜਮੈਂਟ ਦੇ ਵਿੱਚ ਇਹ ਵੀ ਲਿਖਿਆ ਸੰਕੇਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੁਥਰਾ ਸ਼ਾਹੀ ਫਕੀਰ, ਜਿਸ ਦਾ ਨਾਂ ਹੇਰ ਸ਼ਾਹ ਸੀ, ਉਹ ਪੰਜਾਬ ਤੋਂ ਆ ਕੇ ਕਸ਼ਮੀਰ ਵਿੱਚ ਆ ਵਸਿਆ। ਯਾਨੀ ਕਿ ਇੱਥੋਂ ਇਹ ਦੱਸਦੇ ਨੇ ਕਿ ਜਿਹੜਾ ਇਹਦੇ ਚੇਲੇ ਸਨ, ਉਹ ਸੁਥਰਾ ਸ਼ਾਹੀ ਵੀ ਭਾਵ ਪੰਜਾਬ ਵਿੱਚ ਹੀ ਚਲਾ ਗਿਆ ਸੀ। ਬੇਸ਼ੱਕ ਕਸ਼ਮੀਰ ਵਿੱਚ ਉਹਦਾ ਜਨਮ ਹੋਇਆ ਸੀ, ਪਰ ਬਾਅਦ ਵਿੱਚ ਜਿਹੜੇ ਚੇਲੇ ਸਨ ਉਹ ਪੰਜਾਬ ਵਿੱਚ ਹੀ ਬਣੇ ਸਨ, ਤੇ ਫਿਰ ਵੱਖ-ਵੱਖ ਥਾਵਾਂ ਤੇ ਗਏ। ਤੇ ਕਸ਼ਮੀਰ ਵਿੱਚ ਵੀ ਉਹਦਾ ਚੇਲਾ ਆ ਕੇ ਵਸਿਆ, ਜਿਸ ਨੇ ਇੱਕ ਇੱਥੇ ਧਰਮਸ਼ਾਲਾ ਬਣਾਈ, ਜੋ ਨਰਸਿੰਘਗੜ੍ਹ, ਇਹ ਸਾਰੇ ਇਲਾਕੇ ਅੱਜ ਮੌਜੂਦ ਨੇ, ਵਿੱਚ ਇਲਾਕੇ ਦੇ ਵਿੱਚ ਬਣੀ। ਤੇ ਉਹਦੇ ਕਾਫੀ ਜ਼ਮੀਨ ਜਿਹੜੀ ਸੀ ਉਸਦੇ ਨਾਲ ਸੁਸ਼ੋਭਿਤ ਸੀ, ਤੇ ਉਸਦੇ ਨਾਂ ਤੇ ਫਿਰ ਇਹ ਸੁਥਰਾ ਸ਼ਾਹੀ ਦਾ ਜਿਹੜਾ ਇਲਾਕਾ ਹੈ ਇਹ ਵੀ ਬਣ ਗਿਆ। ਤੇ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਲਾਹੌਰ ਦੇ ਵਿੱਚ ਵੀ ਜਾਂ ਅੰਮ੍ਰਿਤਸਰ ਵਿੱਚ ਵੀ ਸੁਥਰਾ ਸ਼ਾਹ ਦੇ ਜਿਹੜੇ ਚੇਲੇ ਹਨ, ਉਹ ਅੱਜ ਵੀ ਉਹਨਾਂ ਦੀਆਂ ਧਰਮਸ਼ਾਲਾਵਾਂ ਨਜ਼ਰ ਆਉਂਦੀਆਂ ਨੇ। ਸੋ ਆਸ ਹੈ ਜਸਵੀਰ ਨੇ ਸਵਾਲ ਪੁੱਛਿਆ ਹੋਵੇਗਾ ਜੀ, ਆਪ ਜੀ ਨੂੰ ਸੰਤੁਸ਼ਟੀ ਮਿਲੀ ਹੋਵੇਗੀ। ਪਰ ਕਿਉਂਕਿ ਇਤਿਹਾਸ ਇੱਕ ਵਿਸ਼ਾਲ ਵਿਸ਼ਾ ਹੈ ਤੇ ਬਹੁਤ ਹੀ ਖੋਜ ਮੰਗਦਾ ਹੈ, ਜੇ ਹੋਰ ਵੀ ਆਪ ਜੀਆਂ ਦੀ ਕੋਈ ਜਾਣਕਾਰੀ ਹੈ ਤੇ ਅਸੀਂ ਜ਼ਰੂਰ ਤਾਵੇਦਾਰ ਹਾਂ ਜੀ, ਆਪ ਜੀ ਪੂਰੀ ਜਾਣਕਾਰੀ ਦਿਓ ਤਾਂ ਸੇਧਾਂ ਸਾਨੂੰ ਵੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੀ ਤਿਆਰੀ ਦੇ ਨਾਲ ਔਰ ਬੜਾ ਖੋਜ ਭਰਪੂਰ ਉੱਤਰ ਦਿੱਤਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਜਿਸ ਤਰ੍ਹਾਂ ਵੀਰ ਜੀ ਨੇ ਇਹ ਦੱਸਿਆ ਸਾਨੂੰ ਕਿ ਭਾਈ ਸੁਥਰਾ ਸ਼ਾਹ ਬਾਰੇ, ਔਰ ਦੋ ਚਾਰ ਉਹਨਾਂ ਦੀਆਂ ਜਿਹੜੀਆਂ ਰਚਨਾ ਵਿੱਚੋਂ ਇਹਨਾਂ ਨੇ ਵੰਨਗੀਆਂ ਵੀ ਦਿੱਤੀਆਂ ਨੇ। ਇੱਕ ਵੰਨਗੀ ਸਰ ਰਜਿੰਦਰ ਵੀਰ ਸਿੰਘ ਜੀ ਨੇ ਵੀ ਗਰੁੱਪ ਚੈਟ ਵਿੱਚ ਲਿਖੀ ਹੈ ਕਿ ਸੁਥਰਾ ਕੋਲ ਪਤਾਸੀ ਪੀਵੇ। ਤੇ ਸੋ ਮਤਲਬ ਇਹ ਆ ਕਿ ਇਹ ਇੱਕ ਹਾਸ ਰਸ ਦਾ ਕਵੀ ਸੀ, ਜਿਵੇਂ ਵੀਰ ਜੀ ਨੇ ਦੱਸਿਆ। ਔਰ ਜਿਹੜਾ ਸਵਾਲ ਸੀ ਵੀ ਕਿਹੜੇ ਗੁਰੂ ਕਾਲ ਚ ਹੋਇਆ, ਉਹ ਵੀਰ ਜੀ ਨੇ ਦੱਸਦਾ 6ਵੇਂ ਤੇ 7ਵੇਂ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਇਹ ਸੁਥਰਾ ਸ਼ਾਹ ਹੋਇਆ। ਤੇ ਉਹਦੇ ਬਾਰੇ ਹੋਰ ਹੀ ਜਾਣਕਾਰੀ ਕਾਫੀ ਮਿਲੀ ਹੈ।
मैं भी अज कुछ गल्लां इन्हां कोलों सुणियां ने, इन्हां दा मैं धन्नवाद करदा। तो संगत जी, इस हरपाल सिंह जी ने एक सवाल भेजिया सीगा बई उन्हां दे विचार मुताबक शब्द गुरु है ते शब्द जिसले मन च वस जाए ते वो सतगुरु। उन्होंने पुछया भी ये उन्हां दा जिहड़ी उन्हां ने जिहड़ी इन्फ्रेंस कड्ढी है ठीक है या किस तरह। मैं हरपाल सिंह जी बेनती करदे हां कि गुरु ते सतगुरु विच कोई फर्क नहीं है। गुरु ਤਾਂ ਆਪਾਂ ਨੂੰ ਪਤਾ ਹੀ ਹੈ, ਗੁਰੂ ਜਿਹੜਾ ਸਾਨੂੰ ਹਨੇਰੇ ਚੋਂ ਕੱਢ ਕੇ ਚਾਨਣ ਵੱਲ ਲਿਜਾਂਦਾ, ਤੇ ਸਤਿਗੁਰੂ ਜਿਹੜਾ ਹੈ ਉਹ ਗੁਰੂ ਦੇ ਅੱਗੇ ਸੱਤ ਵਿਸ਼ੇਸ਼ਣ ਦੇ ਤੌਰ ਤੇ ਲੱਗਿਆ। ਇਹ ਦੋ ਅੱਖਰ ਨਹੀਂ ਹੈਗੇ, ਇਹਨਾਂ ਦਾ ਅਰਥ ਇੱਕੋ ਹੀ ਹੈ। ਗੁਰੂ ਤੇ ਸਤਿਗੁਰੂ ਇੱਕੋ ਚੀਜ਼ ਹੈ। ਸਤ ਜਿਹੜਾ ਹੈ ਉਹ ਸਿਰਫ ਵਿਸ਼ੇਸ਼ਣ ਹੈ, ਗੁਰੂ ਦੇ ਅੱਗੇ ਸਤ ਲੱਗ ਗਿਆ, ਸਤਿਗੁਰੂ। ਤੋ ਇੱਕੋ ਚੀਜ਼ ਹੈ, ਇਹ ਦੋ ਨਹੀਂ ਹੈਗੇ। ਸ਼ਬਦ ਗੁਰੂ ਜਿਵੇਂ ਤੁਸੀਂ ਦੱਸਿਆ, ਮੇਰੇ ਸਵਾਲ 'ਚ ਲਿਖਿਆ, ਉਹਦੇ ਮੁਤਾਬਕ ਜੋ ਸਾਨੂੰ ਲੱਭ ਸਕੇ ਇਹੀ ਹੈ ਕਿ ਗੁਰੂ ਦਾ ਵਿਸ਼ੇਸ਼ਣ ਹੀ ਸਤਿਗੁਰੂ ਹੈ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੈ ਜਿਹੜਾ ਸ਼ਾਇਦ ਗੋੜੀ ਕੀ ਵਾਰ ਨਾਲ ਹੈ, ਗੁਰੂ ਗ੍ਰੰਥ ਸਾਹਿਬ ਜੀ ਪੰਨਾ 345 ਤੇ, ਜਿਸ ਪਾਤਸ਼ਾਹ ਲਿਖਦੇ ਨੇ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਾਰ ਨਾਮ ਤਾ। ਤੋ ਦੋਨੋਂ ਅੱਖਰ ਇਕੱਠੇ ਵਰਤੇ ਨੇ, ਗੁਰ ਸਤਿਗੁਰ। ਤੇ ਇਸ ਕਰਕੇ ਗੁਰ ਸਤਿਗੁਰ ਇੱਕੋ ਹੀ ਚੀਜ਼ ਹੈ, ਸਿਰਫ ਸਤ ਉਹਦੇ ਵਿਸ਼ੇਸ਼ਣ ਕਰਕੇ ਲਾਇਆ। ਤੋ ਇਹ ਜੋ ਕੁਝ ਹੈ ਸਾਨੂੰ ਲੱਭਿਆ ਤੁਹਾਡੇ ਸਾਹਮਣੇ ਪੇਸ਼ ਕਰਤਾ। ਸੰਗਤ ਵਿੱਚੋਂ ਇਹਦੀ ਹੋਰ ਕੋਈ ਕਿਸੇ ਨੇ ਇਨਪੁਟ ਦੇਣੀ ਹੋਵੇ ਤਾਂ ਆਲ ਆਰ ਵੈਲਕਮ, ਹੁਣ ਦਿਓ ਜਾਂ ਬਾਅਦ ਵਿੱਚ ਤੁਸੀਂ ਦੇ ਦਿਓ, ਆਪ ਜੀ ਦੀ ਬਹੁਤ ਮਿਹਰਬਾਨੀ ਹੋਏਗੀ। ਤੋ ਸੰਗਤ ਜੀ ਹੁਣ ਸਮਾਂ ਹੋ ਗਿਆ ਤੇ ਅੱਜ ਦੇ ਜਿਹੜੇ ਪ੍ਰੋਗਰਾਮ ਚੱਲਦੇ ਆ ਵਿੱਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਸਾਰੇ ਪੈਨਲ ਦੀ ਬਿਹਾਫ ਤੇ ਮੈਂ ਆਪ ਪਾਸੋਂ ਖਿਮਾ ਮੰਗਦਾ ਔਰ ਆਪ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਆਪ ਸਵਾਲ ਜਿਹੜੇ ਨੇ ਉਹ ਭੇਜਦੇ ਰਹੋ ਤਾਂ ਜੇ ਅਸੀਂ ਤਿਆਰੀ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹੀਏ। ਇੱਕ ਬੇਨਤੀ ਸੰਗਤ ਜੀ ਮੈਂ ਕਰਨੀ ਹੈ, ਜਿਹੜੀ ਆਪਾਂ ਹਰ ਹਫ਼ਤੇ ਗੱਲ ਕਰਦੇ ਹਾਂ ਕਿ ਹਰ ਸਿੱਖ ਪ੍ਰਚਾਰਕ ਹੈ ਤੇ ਅਸੀਂ, ਮੈਂ ਬਾਰ-ਬਾਰ ਇਹ ਕਹਿਣਾ ਹੁੰਦਾ ਵੀ ਆਪਸ਼ਨਲ ਨਹੀਂ ਹੈ, ਕੰਪਲਸਰੀ, ਹਰ ਸਿੱਖ ਪ੍ਰਚਾਰਕ ਹੈ। ਤੇ ਇਸ ਕਰਕੇ ਅਸੀਂ ਪ੍ਰਚਾਰ ਦੇ ਬੜੇ ਤਰੀਕੇ ਨੇ, ਆਪਾਂ ਗਾਏ ਬਗਾਏ ਗੱਲਾਂ ਕਰਦੇ ਰਹਿੰਦੇ। ਸੰਗਤ ਜੀ, ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਪੜ੍ਹਾਈ ਖੁਣੋਂ ਰਹਿ ਜਾਂਦੇ ਨੇ ਕਿਉਂਕਿ ਫਾਈਨੈਂਸ਼ੀਅਲੀ ਕੰਸਟ੍ਰੇਂਟਸ ਕਰਕੇ ਉਹਨਾਂ ਦੇ ਮਾਤਾ ਪਿਤਾ ਪੜ੍ਹਾ ਨਹੀਂ ਸਕਦੇ। ਕਈ ਬੱਚੇ ਤਾਂ ਬਿਲਕੁਲ ਸਕੂਲ ਦਾ ਮੂੰਹ ਹੀ ਨਹੀਂ ਦੇਖਦੇ। ਤੋ ਇਸ ਕਰਕੇ ਕਈ ਸੰਸਥਾਵਾਂ, ਕਈ ਸਕੂਲ ਇਹੋ ਜਿਹੇ ਨੇ ਜਿਹੜੇ ਇਹੋ ਜਿਹੇ ਬੱਚਿਆਂ ਨੂੰ ਅੱਗੇ ਲਿਆਉਂਦੇ ਨੇ, ਭਾਵ ਉਹਨਾਂ ਨੂੰ ਐਜੂਕੇਸ਼ਨ ਦਿੰਦੇ ਨੇ। ਤੇ ਸਿੱਖ ਮਿਸ਼ਨਰੀ ਕਾਲਜ ਨੇ ਵੀ ਇੱਕ 2012 ਤੋਂ ਇੱਕ ਸਕੂਲ ਜਲੰਧਰ ਵਿੱਚ ਚੱਲ ਰਿਹਾ, ਉਹ ਜ਼ੀਰੋ ਫੀਸ ਸਕੂਲ ਨਾਲ ਕਰਕੇ ਮਸ਼ਹੂਰ ਹੈ। ਮੈਂ ਅੱਗੇ ਵੀ ਇੱਕ ਵਾਰੀ ਦੱਸਿਆ ਸੀ, ਉੱਥੇ ਕਿਸੇ ਬੱਚੇ ਕੋਲੋਂ ਕੋਈ ਵੀ 1 ਸੈਂਟ ਵੀ ਨਹੀਂ ਲਿਆ ਜਾਂਦਾ। ਉਹਨਾਂ ਦੀ ਮਤਲਬ ਵੀ ਟਿਊਸ਼ਨ ਫੀ ਕੋਈ ਨਹੀਂ ਹੈ, ਰਾਦਰ ਸਾਲ ਵਿੱਚ 2 ਯੂਨੀਫਾਰਮਸ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਔਰ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ। ਸਿਰਫ ਕਿਤਾਬਾਂ ਨਹੀਂ, ਕਾਪੀਆਂ, ਪੈਨਸਲਾਂ, ਜੋ ਚਾਹੀਦਾ ਉਹਨਾਂ ਨੂੰ ਉੱਥੋਂ ਮਿਲਦਾ। ਉਹਨਾਂ ਦਾ 1 ਰੁਪਈਆ ਵੀ ਨਹੀਂ ਖਰਚ ਆਉਂਦਾ, ਸਕੂਲ 10ਵੀਂ ਤੱਕ ਹੈ। ਤੋ ਉਹਦੇ 'ਚ ਤਕਰੀਬਨ 125-23 ਇੰਨੇ ਕੁ ਬੱਚੇ ਹਰ ਵੇਲੇ ਪੜ੍ਹਦੇ ਨੇ। ਜਿੰਨੇ ਕੁ ਬੱਚੇ 10ਵੀਂ ਕਰ ਜਾਂਦੇ ਨੇ ਉਨੇ ਕੁ ਹੋਰ ਰੱਖ ਲਈਦੇ ਛੋਟੀ ਕਲਾਸ 'ਚ। ਤੇ ਇਹ ਸਕੂਲ ਚੱਲ ਰਿਹਾ। ਤੋ ਕਹਿਣ ਦਾ ਮਤਲਬ ਇਹ ਹੈ ਕਿ ਜ਼ਰੂਰੀ ਇਹ ਸਕੂਲ ਨਹੀਂ ਹੈ, ਕੋਈ ਵੀ ਤੁਸੀਂ ਕਿਸੇ ਵੀ ਆਪਣੇ ਆਲੇ ਦੁਆਲੇ ਦੇਖੋ ਵੀ ਕੋਈ ਬੱਚਾ ਜਿਹੜਾ ਪੜ੍ਹਾਈ ਖੁਣੋਂ ਰਹਿ ਰਿਹਾ, ਕਿਰਪਾ ਕਰਕੇ ਉਹਦੀ ਬਾਂਹ ਫੜੋ, ਉਹਨੂੰ ਐਜੂਕੇਸ਼ਨ ਦਿਓ, ਪੜ੍ਹਾਓ। ਇੱਕ ਬੱਚਾ ਪੜ੍ਹ ਜਾਏਗਾ ਤਾਂ ਸਾਰਾ ਪਰਿਵਾਰ ਜਿਹੜਾ ਉਹਨਾਂ ਦਾ ਖੜਾ ਹੋ ਜਾਏਗਾ। ਤਾਂ ਇਹ ਇੱਕ ਬੜਾ ਵੱਡਾ ਸੇਵਾ ਹੈ ਜਿਹਦੇ ਨਾਲ, ਕਿਉਂਕਿ ਵਿਦਿਆ ਕਹਿੰਦੇ ਨੇ ਮਨੁੱਖ ਦਾ ਤੀਜਾ ਨੇਤਰ, ਤੇ ਜਿਹੜੇ ਵਿਦਿਆ ਤੋਂ ਸਖਣੇ ਰਹਿ ਜਾਣਗੇ, ਜ਼ਰੂਰੀ ਗੱਲ ਹੈ ਕਿ ਉਹਨਾਂ 'ਚ ਵੀ ਕਈ ਤਰ੍ਹਾਂ ਦੀਆਂ ਹੋਰ ਕਮੀਆਂ ਆਉਣਗੀਆਂ। ਤਾਂ ਆਓ ਆਪਾਂ ਕਰੀਏ। ਔਰ ਮੈਂ ਇੱਕ ਗੱਲ ਹੋਰ ਕਹਿ ਦਿਆਂ, ਜਿਹੜੇ ਬੱਚਿਆਂ ਦਾ ਸਾਡਾ ਤਜਰਬਾ ਹੈ ਕਿ ਕਿਉਂਕਿ ਉੱਥੇ ਤਾਂ ਬੱਚੇ ਉਹੀ ਰੱਖੇ ਜਾਂਦੇ ਨੇ ਜਿਹੜੇ ਬਿਲਕੁਲ ਬਿਲੋ ਪਾਵਰਟੀ ਲਾਈਨ ਦੇ, ਜਿਨ੍ਹਾਂ ਦੇ ਮਾਤਾ ਪਿਤਾ ਨੇ, ਉਹਨਾਂ ਦੇ ਬੱਚਿਆਂ ਨੂੰ ਰੱਖਿਆ ਦੂਜੇ ਨੇ। ਤਾਂ ਪਰ ਦੇਖਣ 'ਚ ਆਇਆ ਕਿ ਤਕਰੀਬਨ 100% ਰਿਜ਼ਲਟ ਤੇ ਆਉਂਦਾ ਹੀ ਹੁੰਦਾ। ਉਹ ਬੱਚੇ ਜਿਹੜੇ ਬਿਲਕੁਲ ਮਤਲਬ ਵੀ ਗਰੀਬ ਘਰਾਂ ਦੇ ਬੱਚੇ ਨੇ, ਪੜ੍ਹਾਈ 'ਚ ਬਹੁਤ ਅਮੀਰ ਨੇ, ਬੜੇ ਹੁਸ਼ਿਆਰ ਨੇ, ਬੜੇ ਅੱਛੇ ਨਿਕਲਦੇ ਨੇ ਔਰ ਹਰ ਸਾਲ ਮਤਲਬ ਬੱਚੇ ਜਿਹੜੇ ਨੇ ਉਹਨਾਂ 'ਚੋਂ 2-3 ਮੈਰਿਟ ਤੇ ਵੀ ਆਉਂਦੇ। ਤਾਂ ਸਾਨੂੰ ਚਾਹੀਦਾ ਹੈ ਕਿ ਜਿੱਥੇ ਕਿਤੇ ਵੀ ਹੋਵੇ, ਭਾਵੇਂ ਕਿਸੇ ਦੇਸ਼ 'ਚ ਹੋਵੇ, ਕਿਸੇ ਕੌਮ ਦਾ ਹੋਵੇ, ਆਪਾਂ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ। ਤੇ ਆਪਣੀ ਕੌਮ ਦਾ ਵੀ ਖਾਸ ਖਿਆਲ ਰੱਖਣਾ ਕਿ ਜਿਹੜੇ ਬੱਚੇ ਪੜ੍ਹਾਈ ਖੁੰਝੋ ਰਹਿ ਗਏ ਸਿਰਫ ਇਸ ਕਰਕੇ ਕਿ ਉਹਨਾਂ ਦੀ ਆਰਥਿਕ ਸਥਿਤੀ ਚੰਗੀ ਨਹੀਂ। ਆਓ ਆਪਾਂ ਉਹਨਾਂ ਦੀ ਬਾਂਹ ਫੜੀਏ ਤੇ ਆਪਾਂ ਘੱਟੋ ਘੱਟ ਇੱਕ ਬੱਚਾ ਜਿਹੜਾ ਉਹ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਟਾਰਗੇਟ ਲਾਈਏ ਕਿ ਇੱਕ ਬੱਚੇ ਨੂੰ ਜ਼ਰੂਰ ਆਪਾਂ ਪੜ੍ਹਾਵਾਂਗੇ। ਇਹ ਮੇਰੀ ਬੇਨਤੀ ਹੈ, ਆਸ ਹੈ ਤੁਸੀਂ ਪ੍ਰਵਾਨ ਕਰੋਗੇ। ਇੱਕ ਵਾਰੀ ਫੇਰ ਅੱਜ ਦੇ ਪ੍ਰੋਗਰਾਮ ਤੇ ਹੋਈਆਂ ਭੁੱਲਾਂ ਦੀ ਖਿਮਾ। ਅਗਲੇ ਹਫ਼ਤੇ ਫੇਰ ਇਸੇ ਤਰ੍ਹਾਂ ਆਪ ਜੀ ਦੀ ਕਿਰਪਾ ਨਾਲ ਸੋਮਵਾਰ ਤੁਹਾਨੂੰ ਮਿਲਾਂਗੇ ਜੀ।
जब तक फतेह। वाहिगुरू जी का खालसा, वाहिगुरू जी की फतेह।